Hello everyone, welcome to Victor's Knowledge. This is Chinu Sharma, and today I am going to take up another part 2 from Culture of Punjab topic. So ਜਿਹੜਾ ਇਹ topic ਹੈ ਇਹ ਆਉਣ ਵਾਲੇ ਸਾਰੇ ਪੰਜਾਬ state level ਦੇ ਜਿੰਨੇ ਵੀ exams ਨੇ ਬਹੁਤ ਹੀ ਜ਼ਿਆਦਾ important topic ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜੇ ਆਪਾਂ specially sub inspector exam ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਆਪਾਂ ਨੂੰ ਪੰਜਾਬ ਜੀਕੇ ਦੇ ਵਿੱਚੋਂ ਸਿਰਫ ਔਰ ਸਿਰਫ ਜਿਹੜਾ ਇਹ ਟੌਪਿਕ ਹੈ ਇੰਡੀਆ ਤੇ ਪੰਜਾਬ ਦਾ ਕਲਚਰ ਇਹ ਅਲੱਗ ਤੋਂ ਮੈਂਸ਼ਨਡ ਹੈ ਸੋ ਤੁਸੀਂ ਸਿਰਫ ਉਰੇ ਜੇ ਪੰਜਾਬ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਟੌਪਿਕ ਤੁਹਾਡੇ ਲਈ 100% ਇੰਪੋਰਟੈਂਟ ਹੈ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਸਕੋਰਿੰਗ ਹੈ ਤੇ ਈਜ਼ੀ ਟੌਪਿਕ ਹੈ ਸੈਕੰਡਲੀ ਜੇ ਤੁਸੀਂ ਕਿਸੇ ਹੋਰ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ ਪੰਜਾਬ ਪਟਵਾਰੀ ਦਾ ਹੈ ਕਾਂਸਟੇਬਲ ਦਾ ਹੈ ਜਾਂ ਫਿਰ ਐਕਸਾਈਜ਼ ਟੈਕਸੇਸ਼ਨ ਦਾ ਹੈ ਹਰ ਐਗਜ਼ਾਮ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਕਲਚਰ ਦੇ ਵਿੱਚੋਂ ਘੱਟ ਤੋਂ ਘੱਟ 2 ਕੁਐਸਚਨ ਤਾਂ ਆਉਂਦੇ ਹੀ ਆਉਂਦੇ ਨੇ ਤੇ ਆਪਾਂ ਨੂੰ ਪਤਾ ਹੈ ਕਿ ਜਦੋਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਹੁੰਦਾ ਹੈ ਤਾਂ ਇੱਕ ਇੱਕ ਦੋ ਦੋ ਕੁਐਸਚਨ ਵੀ ਕਿੰਨਾ ਜ਼ਿਆਦਾ ਜਿਹੜਾ ਰਿਜ਼ਲਟ ਹੈ ਉਹ ਡਿਸਾਈਡ ਕਰਨ ਦੇ ਵਿੱਚ ਹੈਲਪ ਕਰਦੇ ਨੇ ਸੋ ਜਿਹੜਾ ਸੈਕੰਡ ਪਾਰਟ ਹੈ ਇਹ ਮੈਂ ਅਲੱਗ ਤੋਂ ਇਸ ਲਈ ਲੈ ਕੇ ਆਈ ਹਾਂ ਕਿਉਂਕਿ ਇਹਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਆਪਾਂ ਇੰਪੋਰਟੈਂਟ ਟੌਪਿਕ ਕਰਾਂਗੇ ਰਿਗਾਰਡਿੰਗ ਲਿਟਰੇਚਰ ਆਫ ਪੰਜਾਬ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ So before beginning, I want to share my own compiled handwritten notes of history. So ਇਹਦੇ ਵਿੱਚ ਜਿਹੜੇ ਮੇਰੇ notes ਨੇ complete history ਤੁਹਾਨੂੰ ਮਿਲ ਰਹੀ ਹੈ starting from ancient till independence of India 1947 and also one more important thing ਕਿ ਜੇ ਤੁਸੀਂ Indian geography ਦੇ ਜਾਂ ਫਿਰ ਪੰਜਾਬ geography computer awareness ਕਿਸੇ ਵੀ ਇਦਾਂ ਦੇ particular subjects ਦੇ ਮੇਰੇ ਆਪਣੇ compiled handwritten notes ਚਾਹੁੰਦੇ ਹੋ ਤਾਂ ਤੁਸੀਂ ਮੈਨੂੰ DM ਕਰ ਸਕਦੇ ਹੋ Instagram page ਉੱਤੇ or you can send me an email on legalvictor02896@gmail.com ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਟੌਪਿਕ ਤੇ ਜਿਹੜਾ ਪਹਿਲਾ ਇੰਪੋਰਟੈਂਟ ਟੌਪਿਕ ਹੈ ਉਹ ਹੈ ਪੰਜਾਬ ਦੇ ਫੇਮਸ ਇੰਪੋਰਟੈਂਟ ਗੁਰਦੁਆਰੇ ਸੋ ਜਦੋਂ ਆਪਾਂ ਗੁਰਦੁਆਰੇ ਦਾ ਟੌਪਿਕ ਪੜ੍ਹਨਾ ਹੈ ਤਾਂ ਮੈਂ ਤੁਹਾਨੂੰ ਅਲੱਗ ਤੋਂ ਉਰੇ ਲਿਸਟ ਦੇਤੀ ਹੈ ਕਿ ਜਿਹੜੇ ਗੁਰਦੁਆਰੇ ਇੱਕ ਪ੍ਰੋਪਰ ਕਿਸੇ ਪਾਰਟਿਕੂਲਰ ਆਪਣੇ ਜਿਹੜੇ 10 ਗੁਰੂ ਨੇ ਉਹਨਾਂ ਦੇ ਵਿੱਚੋਂ 10 ਗੁਰੂਆਂ ਦੇ ਵਿੱਚੋਂ ਜਿਹੜੇ ਗੁਰਦੁਆਰੇ ਦੇ ਨਾਲ ਜੋ ਵੀ ਇੰਪੋਰਟੈਂਟ ਗੁਰੂ ਐਸੋਸੀਏਟਿਡ ਨੇ ਉਹਨਾਂ ਸਾਰਿਆਂ ਦੇ ਮੈਂ ਨਾਮ ਅਲੱਗ ਤੋਂ ਮੈਂਸ਼ਨ ਕਰਤੇ ਸੋ ਦੈਟ ਜਦੋਂ ਤੁਸੀਂ ਐਗਜ਼ਾਮ ਦੇ ਲਈ ਪ੍ਰਿਪੇਅਰ ਕਰ ਰਹੇ ਹੋ ਤਾਂ ਤੁਹਾਡੇ ਲਈ ਈਜ਼ੀ ਹੋ ਜਾਵੇ ਇੱਕ ਜਗ੍ਹਾ ਤੇ ਤੁਹਾਨੂੰ ਦੋਨੋਂ ਚੀਜ਼ਾਂ ਮਿਲ ਜਾਣ ਸੋ ਹੁਣ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਆਉਂਦੇ ਨੇ ਰਿਲੇਟਡ ਟੂ ਗੁਰੂ ਨਾਨਕ ਦੇਵ ਜੀ ਸੋ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਐਸੋਸੀਏਟਿਡ ਕਿਹੜੇ ਗੁਰਦੁਆਰੇ ਨੇ ਨੰਬਰ 1 ਹੈ ਕੰਧ ਸਾਹਿਬ ਇਹ ਬਟਾਲਾ ਦੇ ਵਿੱਚ ਹੈ ਐਗਜ਼ਾਮ ਦੇ ਵਿੱਚ ਤੁਹਾਨੂੰ ਸਿੱਧਾ MCQ ਆ ਸਕਦਾ ਹੈ ਕੁਐਸਚਨ ਆ ਸਕਦਾ ਹੈ ਇੱਕ ਗੁਰਦੁਆਰੇ ਦਾ ਨਾਮ ਦੇ ਕੇ ਜਾਂ ਤਾਂ ਪੁੱਛਿਆ ਜਾ ਸਕਦਾ ਹੈ ਕਿ ਇਹ ਕਿਹੜੇ ਗੁਰੂ ਦੇ ਨਾਲ ਰਿਲੇਟਡ ਹੈ ਜਾਂ ਫਿਰ ਇਹ ਕਿੱਥੇ ਹੈ ਸੋ ਮੈਂ ਤੁਹਾਨੂੰ ਨਾਲ ਦੀ ਨਾਲ ਜੋ ਵੀ ਗੁਰਦੁਆਰੇ ਦੇ ਨਾਲ ਕੋਈ ਇੰਪੋਰਟੈਂਟ ਫੈਕਟ ਜੁੜਿਆ ਹੋਇਆ ਉਹ ਫੈਕਟ ਵੀ ਨਾਲ ਮੈਂਸ਼ਨ ਕਰਤਾ ਸੋ ਪਹਿਲਾਂ ਆਪਾਂ ਨੇ ਦੇਖਿਆ ਕੰਧ ਸਾਹਿਬ ਬਟਾਲੇ ਵਿੱਚ ਹੈ ਸੋ ਗੁਰੂ ਨਾਨਕ ਦੇਵ ਜੀ ਦਾ ਜਦੋਂ ਵਿਆਹ ਹੋਇਆ ਤਾਂ ਉਹ 1487 ਦੇ ਵਿੱਚ ਇਸ ਜਗ੍ਹਾ ਤੇ ਆਏ ਸੀ ਸੋ ਇਸੇ ਕਾਰਨ ਕਰਕੇ ਇਹ ਜਿਹੜਾ ਗੁਰਦੁਆਰਾ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਐਸੋਸੀਏਟਿਡ ਹੈ ਨੈਕਸਟ ਹੈ ਬੇਰ ਸਾਹਿਬ ਇਹ ਸੁਲਤਾਨਪੁਰ ਲੋਧੀ ਦੇ ਵਿੱਚ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਉਰੇ ਲਗਾਤਾਰ ਹਰ ਦਿਨ 14 ਸਾਲ 9 ਮਹੀਨੇ 13 ਦਿਨ ਮੈਡੀਟੇਸ਼ਨ ਕੀਤੀ ਸੀ ਨੈਕਸਟ ਹੈ ਡੇਰਾ ਬਾਬਾ ਨਾਨਕ ਸੋ ਡੇਰਾ ਬਾਬਾ ਨਾਨਕ ਉਰੇ ਆਪਾਂ ਅਜੀਤਾ ਰੰਧਾਵਾ ਦਾ ਖੂਹ ਵੀ ਕਹਿੰਦੇ ਆ ਉਰੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੀ ਪਹਿਲੀ ਉਦਾਸੀ ਕੰਪਲੀਟ ਕੀਤੀ ਉਹ ਉਰੇ ਆਏ 1506 ਵਿੱਚ ਤਾਂ ਉਹਨਾਂ ਨੇ ਮੈਡੀਟੇਸ਼ਨ ਕੀਤੀ ਸੀ ਇਸ ਖੂਹ ਦੇ ਦੁਆਲੇ ਸੋ ਉੱਥੋਂ ਹੀ ਇਹ ਜਿਹੜਾ ਗੁਰਦੁਆਰਾ ਇਹ ਬਣਿਆ ਇਹਦਾ ਨਾਮ ਰੱਖਿਆ ਗਿਆ ਡੇਰਾ ਬਾਬਾ ਨਾਨਕ ਦੈਨ ਹੈ ਥੰਮ ਸਾਹਿਬ ਕਰਤਾਰਪੁਰ ਨਾਨਕਿਆਣਾ ਸਾਹਿਬ ਸੰਗਰੂਰ ਸ਼੍ਰੀ ਅਕੋਈ ਸਾਹਿਬ ਸੰਗਰੂਰ ਲਾਖੀ ਜੰਗਲ ਸਾਹਿਬ ਬਠਿੰਡਾ then related to ਗੁਰੂ ਅੰਗਦ ਦੇਵ ਜੀ ਸੋ ਉਹ ਹੈ ਗੁਰਦੁਆਰਾ ਖਡੂਰ ਸਾਹਿਬ ਇਹ ਖਡੂਰ ਸਾਹਿਬ ਦੇ ਵਿੱਚ ਹੀ ਸਿਚੁਏਟਿਡ ਹੈ then ਗੁਰੂ ਰਾਮਦਾਸ ਜੀ ਨਾਲ ਰਿਲੇਟਡ ਗੁਰੂ ਕਾ ਮਹਿਲ ਅੰਮ੍ਰਿਤਸਰ ਆਪਾਂ ਅੰਮ੍ਰਿਤਸਰ ਨੂੰ ਰਾਮਦਾਸ ਨਗਰੀ ਵੀ ਕਹਿੰਦੇ ਆ ਸੋ ਤੁਸੀਂ ਇਹ ਵੀ ਚੀਜ਼ ਯਾਦ ਰੱਖਣੀ ਹੈ next is related to ਗੁਰੂ ਅਮਰਦਾਸ ਜੀ ਸੋ ਚੁਬਾਰਾ ਸਾਹਿਬ ਗੁਰਦੁਆਰਾ ਹੈ ਜੋ ਗੋਇੰਦਵਾਲ ਸਾਹਿਬ ਵਿੱਚ ਹੈ ਤੇ ਉਰੇ ਘਰ ਸੀ ਰੈਜ਼ੀਡੈਂਸ ਸੀ ਗੁਰੂ ਅਮਰਦਾਸ ਜੀ ਦਾ ਸੋ ਇਹ ਇੰਪੋਰਟੈਂਟ ਫੈਕਟ ਹੈ ਦੈਨ ਬੌਲੀ ਸਾਹਿਬ ਇਹ ਵੀ ਗੋਇੰਦਵਾਲ ਸਾਹਿਬ ਦੇ ਵਿੱਚ ਹੈ ਦੈਨ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਨਾਲ ਰਿਲੇਟਡ ਦੋ ਇੰਪੋਰਟੈਂਟ ਗੁਰਦੁਆਰੇ ਐਸੋਸੀਏਟਿਡ ਹੈ
ਤਰਨਤਾਰਨ ਸਾਹਿਬ ਗੁਰਦੁਆਰਾ ਜੋ ਕਿ ਤਰਨਤਾਰਨ ਵਿੱਚ ਹੀ ਹੈ। ਉਰੇ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਇਹਨਾਂ ਦੇ ਸਾਥੀ ਸੀ, ਸਕਰਾਈਬ ਸੀ, ਉਹ ਭਾਈ ਗੁਰਦਾਸ ਜੀ, ਇਹਨਾਂ ਦੇ ਨਾਲ ਮਿਲ ਕੇ ਆਪਣਾ ਆਦਿ ਗ੍ਰੰਥ ਕੰਪਾਈਲ ਕੀਤਾ ਸੀ। ਸੋ ਆਪਣਾ ਜਦੋਂ ਹੋਲੀ ਗੁਰੂ ਗ੍ਰੰਥ ਸਾਹਿਬ ਲਿਖੇ ਗਏ ਤਾਂ ਉਸ ਟਾਈਮ ਗੁਰੂ ਅਰਜਨ ਦੇਵ ਜੀ ਦੀ ਮਦਦ ਕਿਹਨੇ ਕੀਤੀ? ਟਾਈਪਿਸਟ ਕੌਣ ਸੀ? ਸਕਰਾਈਬ ਕੌਣ ਸੀ? ਭਾਈ ਗੁਰਦਾਸ ਜੀ। ਇਹ ਕੁਐਸਚਨ ਆਲਰੇਡੀ ਪੰਜਾਬ PCS ਦੇ ਵਿੱਚ ਆ ਚੁੱਕਿਆ ਹੈ, ਸੋ ਇਹ ਬਹੁਤ ਇੰਪੋਰਟੈਂਟ ਨਾਮ ਹੈ। ਦੈਨ ਇਜ਼ ਰਾਮਸਰ ਗੁਰਦੁਆਰਾ ਅੰਮ੍ਰਿਤਸਰ ਵਿੱਚ। ਦੈਨ ਕਮਸ ਗੁਰੂ ਤੇਗ ਬਹਾਦਰ ਜੀ। ਸੋ ਇਹਨਾਂ ਦੇ ਨਾਲ ਰਿਲੇਟਡ ਹੈ ਬਾਬਾ ਬਕਾਲਾ ਜੋ ਕਿ ਬਾਬਾ ਬਕਾਲਾ ਦੇ ਵਿੱਚ ਹੀ ਹੈ। ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਕਪੂਰਥਲਾ। ਦੈਨ ਸ਼੍ਰੀ ਅਰੀਸਰ ਸਾਹਿਬ ਬਰਨਾਲਾ। ਨੈਕਸਟ ਆਉਂਦਾ ਹੈ ਰਿਲੇਟਡ ਟੂ ਗੁਰੂ ਗੋਬਿੰਦ ਸਿੰਘ ਜੀ। ਸੋ ਪਹਿਲਾ ਹੈ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ, ਚਰਨ ਕਮਲ, ਮਾਛੀਵਾੜਾ, ਫਤਿਹਗੜ੍ਹ ਸਾਹਿਬ। ਆਪਾਂ ਨੂੰ ਪਤਾ ਹੈ ਕਿ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਦੇ ਨਾਲ ਰਿਲੇਟਡ ਹੈ। ਤੇ ਸਰਹੰਦ ਦੇ ਉੱਤੇ ਜਦੋਂ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤੀ ਸੀ ਤਾਂ ਜਿਹੜਾ ਫਤਿਹਗੜ੍ਹ ਸਾਹਿਬ ਸੀ ਉਹਨੂੰ ਵੀ ਆਪਣੇ ਅੰਦਰ ਲਿਆ ਸੀ। ਕਨਕੁਐਸਟ ਹੋਈ ਸੀ 1710 ਦੇ ਵਿੱਚ ਸਿੱਖਾਂ ਦੇ ਦੁਆਰਾ। ਦੈਨ ਟਿੱਬੀ ਸਾਹਿਬ ਮੁਕਤਸਰ, ਆਲਮਗੀਰ ਸਾਹਿਬ ਲੁਧਿਆਣਾ, ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ। ਇਹ ਇੱਕ ਹੋਲੀ ਤਖਤ ਵੀ ਹੈ ਖਾਲਸਾ ਪੰਥ ਦਾ। ਦੈਨ ਸ਼੍ਰੀ ਗੰਗਸਰ ਸਾਹਿਬ ਜੈਤੋ। ਫਿਰ ਆਉਂਦੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ ਇੰਪੋਰਟੈਂਟ ਗੁਰਦੁਆਰੇ ਗੁਰੂ ਕੀ ਵਡਾਲੀ ਅੰਮ੍ਰਿਤਸਰ, ਦਰੋਲੀ ਭਾਈ ਫਿਰੋਜ਼ਪੁਰ, ਪਤਾਲਪੁਰੀ, ਕੀਰਤਪੁਰ ਸਾਹਿਬ। ਸੋ ਇਹ ਸੀ ਇੰਪੋਰਟੈਂਟ ਫੇਮਸ ਪੰਜਾਬ ਦੇ ਗੁਰਦੁਆਰੇ। ਹੁਣ ਆਪਾਂ ਗੱਲ ਕਰਾਂਗੇ ਟੈਂਪਲਸ ਦੀ, ਮੰਦਿਰਾਂ ਦੀ। ਸੋ ਪਹਿਲਾ ਇੰਪੋਰਟੈਂਟ ਟੈਂਪਲ ਹੈ ਸੂਰਜਕੁੰਡ ਮੰਦਿਰ ਸੁਨਾਮ, ਭਗਵਤੀ ਮੰਦਿਰ ਬਠਿੰਡਾ, ਕਾਲੀ ਮਾਤਾ ਜੀ ਮੰਦਿਰ ਪਟਿਆਲਾ, ਪੰਚ ਮੰਦਿਰ ਕਪੂਰਥਲਾ, ਸ਼੍ਰੀ ਹਨੂਮਾਨ ਮੰਦਿਰ ਮਲੇਰਕੋਟਲਾ, ਸੋਦਲ ਮੰਦਿਰ ਜਲੰਧਰ, ਚੰਡੀ ਮੰਦਿਰ ਚੰਡੀਗੜ੍ਹ। ਉਰੇ ਇੱਕ ਆਰਮੀ ਦਾ ਬੇਸ ਵੀ ਹੈ, ਸੋ ਇਹ ਵੀ ਆਪਾਂ ਨੇ ਯਾਦ ਰੱਖਣਾ ਹੈ। ਦੈਨ ਰਾਮ ਤੀਰਥ ਦੁਰਗਿਆਣਾ ਅੰਮ੍ਰਿਤਸਰ, ਸ਼ਿਵ ਮੰਦਿਰ ਜਲੰਧਰ ਵਿੱਚ ਹੈ, ਦੇਵੀ ਤਲਾਬ ਮੰਦਿਰ ਜਲੰਧਰ, ਓਲਡ ਸ਼ਿਵ ਮੰਦਿਰ ਇੱਕ ਆਰਕੀਓਲੋਜੀਕਲ ਬੇਸਡ, ਇਹ ਆਰਕੀਓਲੋਜੀਕਲ ਸਾਈਟ ਵੀ ਹੈ। ਇਹ ਆਪਣੀ ਪੁਰਾਣੀ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਉੱਥੋਂ ਇੱਕ ਸ਼ਿਵਲਿੰਗ ਨਿਕਲਿਆ ਹੈ। ਸੋ ਉਸੇ ਬੇਸਿਸ ਦੇ ਉੱਤੇ ਇਹਨੂੰ ਆਪਾਂ ਓਲਡ ਸ਼ਿਵ ਮੰਦਿਰ ਕਹਿੰਦੇ ਆ। ਇਹ ਹੈ ਰਣੀਕੇ ਦੇ ਵਿੱਚ, ਸੋ ਇਹ ਮਲੇਰਕੋਟਲਾ ਦੇ ਹੀ ਨੇੜੇ ਹੈ। ਨੈਕਸਟ ਆਉਂਦੇ ਨੇ ਇੰਪੋਰਟੈਂਟ ਫੋਰਟਸ। ਜਦੋਂ ਵੀ ਆਪਾਂ ਨੇ ਫੋਰਟਸ ਬਾਰੇ ਪੜ੍ਹਨਾ ਹੈ, ਕਿਸੇ ਕਿਲਿਆਂ ਬਾਰੇ ਪੜ੍ਹਨਾ ਹੈ, ਪੈਲੇਸਿਸ ਬਾਰੇ ਪੜ੍ਹਨਾ ਹੈ, ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਜੇ ਉਹਨਾਂ ਨੂੰ ਕਿਸੇ ਸਪੈਸ਼ਲ ਰੂਲਰ ਨੇ ਕੰਸਟਰਕਟ ਕਰਵਾਇਆ ਹੈ ਤਾਂ ਉਹਨਾਂ ਦਾ ਨਾਮ ਆਪਾਂ ਨੂੰ ਐਗਜ਼ਾਮ ਦੇ ਲਈ ਬਹੁਤ ਚੰਗੀ ਤਰ੍ਹਾਂ ਯਾਦ ਹੋਣਾ ਚਾਹੀਦਾ ਹੈ। ਸੋ ਪਹਿਲਾ ਆਉਂਦਾ ਪਟਿਆਲੇ ਦਾ ਕਿਲ੍ਹਾ ਮੁਬਾਰਕ। ਸੋ ਕਿਲ੍ਹਾ ਮੁਬਾਰਕ ਦੋ ਜਗ੍ਹਾ ਤੇ ਨੇ, ਇੱਕ ਹੈ ਪਟਿਆਲੇ 'ਚ, ਇੱਕ ਹੈ ਫਰੀਦਕੋਟ। ਸੋ ਪਟਿਆਲੇ ਵਾਲਾ ਬਣਾਇਆ ਸੀ 1764 ਵਿੱਚ ਮਹਾਰਾਜਾ ਆਲਾ ਸਿੰਘ ਨੇ, ਤੇ ਜਿਹੜਾ ਕਿਲ੍ਹਾ ਮੁਬਾਰਕ ਫਰੀਦਕੋਟ ਵਾਲਾ ਉਹਨੂੰ ਦੁਬਾਰਾ ਤੋਂ, ਪਹਿਲਾਂ ਤਾਂ ਉਹ 16th ਸੈਂਚੁਰੀ 'ਚ ਕਿਸੇ ਨੇ ਬਣਾਇਆ ਸੀ, that name is not known, ਬਟ ਬਾਅਦ ਵਿੱਚ ਰਾਜਾ ਹਮੀਰ ਸਿੰਘ ਨੇ 1775 ਵਿੱਚ ਰੀਕਨਸਟਰਕਟ ਕੀਤਾ ਸੀ। ਜਿਹੜਾ ਬਠਿੰਡੇ ਵਾਲਾ ਫੋਰਟ ਆ ਉਹਦਾ ਨਾਮ ਰੱਖਿਆ ਹੋਇਆ ਹੈ ਪੱਟੀ ਰਾਜਪੂਤ ਕਿੰਗਸ ਦੇ ਬਾਅਦ। ਦੈਨ ਗੋਬਿੰਦਗੜ੍ਹ ਫੋਰਟ ਅੰਮ੍ਰਿਤਸਰ, ਮਹਾਰਾਜਾ ਰਣਜੀਤ ਸਿੰਘ ਨੇ ਇਹਦਾ ਨਾਮ ਭੰਗੀਆਂ ਦੀ ਤੋਪ ਵੀ ਰੱਖਿਆ ਸੀ 1805 ਵਿੱਚ। ਫਿਰ ਜਿਹੜਾ ਅਨੰਦਪੁਰ ਸਾਹਿਬ ਵਾਲਾ ਫੋਰਟ ਹੈ ਰੂਪਨਗਰ ਵਿੱਚ, ਇਹਦੇ ਅੰਦਰ ਕੁੱਲ 6 ਕਿਲੇ ਆਉਂਦੇ ਨੇ। ਇਹਨਾਂ 6ਾਂ ਦਾ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਰਾਗੜ੍ਹ ਫੋਰਟ, ਫਤਿਹਗੜ੍ਹ ਸਾਹਿਬ, ਆਨੰਦਗੜ੍ਹ, ਹੋਲਗੜ੍ਹ, ਲੋਹਗੜ੍ਹ, ਕੇਸ਼ਗੜ੍ਹ। ਸੋ ਇਹ ਨਾਮ 6 ਦੇ 6 ਫੋਰਟਸ ਤੇ ਆਪਾਂ ਨੂੰ ਯਾਦ ਹੋਣੇ ਚਾਹੀਦੇ ਨੇ। ਦੈਨ ਆਉਂਦਾ ਇੰਪੋਰਟੈਂਟ ਫਿਲੌਰ ਦਾ ਜਿਹੜਾ ਕਿਲਾ ਹੈ, ਹੁਣ ਉਹ ਇਸ ਟਾਈਮ ਪੁਲਿਸ ਅਕੈਡਮੀ ਹੈ। ਪੰਜਾਬ ਦੇ ਵਿੱਚ ਜੋ ਵੀ ਕੋਈ ਪੰਜਾਬ PCS ਵਗੈਰਾ ਕਲੀਅਰ ਕਰਕੇ DSP ਵਗੈਰਾ ਦੀ ਪੋਸਟ ਲਈ ਟ੍ਰੇਨਿੰਗ ਦੇ ਲਈ ਜਾਂਦਾ ਪਹਿਲਾਂ, ਤਾਂ ਉਹ ਇਸੇ ਪੁਲਿਸ ਅਕੈਡਮੀ ਜੋ ਫਿਲੌਰ ਫੋਰਟ ਵਿੱਚ ਹੈ ਉੱਥੇ ਜਾਂਦਾ ਹੈ। ਨੈਕਸਟ ਹੈ ਸ਼ਾਹਪੁਰ ਕਾਂਡੀ ਫੋਰਟ ਪਠਾਨਕੋਟ, ਇਹ ਬਣਿਆ ਸੀ 16 ਸੈਂਚੁਰੀ ਦੇ ਵਿੱਚ। ਫਿਰ ਆਉਂਦਾ ਸਰਾਏ ਲਸ਼ਕਰੇ ਖਾਨ ਦੁਰਾਹਾ, ਇਹਨੂੰ ਆਪਾਂ ਰੰਗ ਦੇ ਬਸੰਤੀ ਫੋਰਟ ਵੀ ਕਹਿੰਦੇ ਆ। 1663 ਦੇ ਵਿੱਚ ਇਹ ਇੱਕ ਮੁਗਲ ਰਾਜਾ ਨੇ ਹੀ ਬਣਾਇਆ ਸੀ। ਨੈਕਸਟ ਹੈ ਮੋਤੀ ਪੈਲੇਸ ਪਟਿਆਲਾ, ਇਹਦੇ ਅੰਦਰ ਕੁਝ ਰੀਕ੍ਰੀਏਸ਼ਨਲ, ਕੁਝ ਐਂਟਰਟੇਨਮੈਂਟ ਦੇ ਲਈ ਸਟਰਕਚਰ ਬਣਾਏ ਹੋਏ ਸੀ ਪੁਰਾਣੇ ਰਾਜਿਆਂ ਦੇ ਜ਼ਮਾਨੇ ਦੇ, ਤੇ ਦੋ ਇੰਪੋਰਟੈਂਟ ਅੰਦਰ ਘਰ ਨੇ। ਇੱਕ ਤਾਂ ਹੈ ਪੁਤਲੀ ਘਰ ਜਿਹਨੂੰ ਆਪਾਂ ਪਪੇਟ ਹਾਊਸ ਕਹਿੰਦੇ ਆ, ਦੂਜਾ ਹੈ ਗਾਰਡਨ ਹਾਊਸ ਬਾਗ ਘਰ। ਫਿਰ ਆਉਂਦਾ ਸਮਰ ਪੈਲੇਸ ਆਫ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ, ਇਹਨੂੰ ਕੰਸਟਰਕਟ ਕੀਤਾ ਸੀ 3 ਮੇਨ ਲਾਹੌਰ ਦੇ ਨੋਬਲ ਸੀ ਉਹਨਾਂ ਦੀ ਸੁਪਰਵਿਜ਼ਨ ਦੇ ਅੰਦਰ
ਇਹ ਨਾਮ ਬਹੁਤ ਇੰਪੋਰਟੈਂਟ ਨੇ। ਫਕੀਰ ਅਜ਼ੀਜ਼ੁਦੀਨ, ਲਹਿਣਾ ਸਿੰਘ, ਦੇਸਾ ਸਿੰਘ ਮਜੀਠੀਆ। ਦੈਨ ਲਾਸਟ ਵਿੱਚ ਇੰਪੋਰਟੈਂਟ ਪੈਲੇਸ ਆਉਂਦਾ ਸ਼ੀਸ਼ ਮਹਿਲ ਪਟਿਆਲੇ ਦਾ। ਇਹ ਜਦੋਂ ਮਹਾਰਾਜਾ ਨਰਿੰਦਰ ਸਿੰਘ ਦਾ ਰੂਲ ਸੀ ਉਸ ਸਮੇਂ ਕੰਸਟਰਕਟ ਕਰਵਾਇਆ ਗਿਆ। 1845 ਤੋਂ 1862 ਦਾ ਸਮਾਂ ਸੀ। ਇਹ ਸੀ ਆਪਣੇ 3 ਪੈਲੇਸਿਸ। ਪਿੱਛੇ ਆਪਾਂ ਨੇ ਪੜ੍ਹੇ ਨੇ ਇੰਪੋਰਟੈਂਟ ਫੋਰਟ ਤੇ ਉਹਨਾਂ ਵਿੱਚੋਂ ਫਿਲੌਰ ਵਾਲਾ ਫੋਰਟ, ਰੰਗ ਦੇ ਬਸੰਤੀ, ਦੁਰਾਹੇ ਵਾਲਾ ਐਂਡ ਆਲਸੋ ਦੀ ਅਨੰਦਪੁਰ ਸਾਹਿਬ। ਜਿਹੜੇ 6 ਫੋਰਟ ਨੇ ਸਬ ਫੋਰਟਸ, ਉਹ ਤਿੰਨੋਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਐਗਜ਼ਾਮ ਦੇ ਲਈ। ਹੁਣ ਆ ਗਏ ਮਿਊਜ਼ੀਅਮ। ਮਿਊਜ਼ੀਅਮਸ ਦੇ ਵਿੱਚ ਰੂਰਲ ਮਿਊਜ਼ੀਅਮ PAU ਲੁਧਿਆਣਾ, ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ। ਇਹ 2 ਜਗ੍ਹਾ ਤੇ ਹੈ, ਅੰਮ੍ਰਿਤਸਰ ਵੀ ਹੈ, ਲੁਧਿਆਣੇ ਵੀ ਹੈ। ਫਿਰ ਐਂਗਲੋ ਸਿੱਖ ਵਾਰ ਮੈਮੋਰੀਅਲ ਫਿਰੋਜ਼ਪੁਰ, ਇਹ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਪੁੱਛਿਆ ਗਿਆ। ਫਿਰ ਆਉਂਦਾ ਇੱਕ ਸਪੋਰਟਸ ਮਿਊਜ਼ੀਅਮ ਜਿਹੜਾ ਆਪਣਾ ਨੈਸ਼ਨਲ ਇੰਸਟੀਚਿਊਟ ਹੈ ਸਪੋਰਟਸ ਦਾ, ਪਟਿਆਲਾ ਦੇ ਵਿੱਚ ਉਹਦੇ ਅੰਦਰ ਹੀ ਬਣਿਆ ਹੋਇਆ ਹੈ। ਫਿਰ ਇੰਪੋਰਟੈਂਟ ਵਿਰਾਸਤ-ਏ ਖਾਲਸਾ ਦੇ ਅੰਦਰ ਇੱਕ ਮੈਮੋਰੀਅਲ ਹੈ, ਮਿਊਜ਼ੀਅਮ ਹੈ ਜਿਹਦਾ ਨਾਮ ਹੈ ਖਾਲਸਾ ਹੈਰੀਟੇਜ ਮੈਮੋਰੀਅਲ ਕੰਪਲੈਕਸ। ਫਿਰ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਇੱਕ ਮਿਊਜ਼ੀਅਮ ਬਣਿਆ ਹੋਇਆ ਅਨੰਦਪੁਰ ਸਾਹਿਬ ਵਿੱਚ। ਦੈਨ ਸਿੱਖ ਅਜਾਇਬ ਘਰ, ਇਹ ਵੀ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਆਇਆ ਹੈ, ਮੋਹਾਲੀ। ਸ਼ਹੀਦੇ ਆਜ਼ਮ ਭਗਤ ਸਿੰਘ, ਉਹਨਾਂ ਦੇ ਆਪਣੇ ਰੈਜ਼ੀਡੈਂਸ ਦੇ ਵਿੱਚ ਖਟਕਰ ਕਲਾਂ। ਦੈਨ ਜੀਨ ਸਟੇਟ ਮੈਮੋਰੀਅਲ ਮਿਊਜ਼ੀਅਮ ਹੈ ਸੰਗਰੂਰ ਵਿੱਚ। ਨੈਕਸਟ ਹੁਣ ਕੁਝ ਇੰਪੋਰਟੈਂਟ ਮਸਜਿਦਾਂ ਨੇ। ਇਹਨਾਂ ਵਿੱਚੋਂ ਜਿਹੜੀ ਮੂਰਿਸ਼ ਮੌਸਕ ਹੈ ਇਹ ਹਰ ਵਾਰ ਐਗਜ਼ਾਮ ਦੇ ਵਿੱਚ ਆਉਂਦੀ ਹੈ ਆਲਮੋਸਟ। ਇਹ ਐਗਜ਼ਾਮੀਨਰਸ ਦੀ ਫੇਵਰੇਟ ਕੁਐਸਚਨ ਹੈ ਇੱਕ ਤਰ੍ਹਾਂ ਦੇ ਨਾਲ। ਮੂਰਿਸ਼ ਮੌਸਕ ਬਾਰੇ 100% ਆਉਣ ਦੇ ਚਾਂਸ ਨੇ ਕਿਸੇ ਵੀ ਐਗਜ਼ਾਮ ਦੇ ਵਿੱਚ। ਸੋ ਪਹਿਲੀ ਹੈ ਚਿੱਲਾ ਬਾਬਾ ਸ਼ੇਖ ਫਰੀਦ, ਇਹ ਫਰੀਦਕੋਟ ਦੇ ਵਿੱਚ ਹੈ। ਦੈਨ ਹੈ ਮਜ਼ਾਰ ਪੀਰ ਬਾਬਾ ਹਾਜੀ ਰਤਨ ਬਠਿੰਡਾ। ਰੋਜ਼ਾ ਸ਼ਰੀਫ, ਇਹ ਵੀ ਕਾਫੀ ਵਾਰੀ ਐਗਜ਼ਾਮ ਚ ਆਈ ਹੈ, ਸਰਹੰਦ। ਅਕਸਾ ਮੌਸਕ ਗੁਰਦਾਸਪੁਰ। ਮੂਰਿਸ਼ ਮੌਸਕ, ਜਿਹੜੀ ਮੌਸਕ ਹੈ ਇਹ ਕਪੂਰਥਲੇ ਦੇ ਵਿੱਚ ਹੈ ਤੇ ਮੋਰੋਕੋ ਜਿਹੜੀ ਕੰਟਰੀ ਹੈ ਉੱਥੇ ਇੱਕ ਬਹੁਤ ਵੱਡੀ ਮਸਜਿਦ ਹੈ ਆਫ ਮਾਰਾਕਿਸ਼, ਉਹਦੇ ਪੈਟਰਨ ਤੇ ਸੇਮ ਉਹਦੇ ਡਿਜ਼ਾਈਨ ਦੇ ਉੱਤੇ ਇਹ ਜਿਹੜੀ ਮੂਰਿਸ਼ ਮੌਸਕ ਹੈ ਕਪੂਰਥਲੇ ਵਾਲੀ ਇਹ ਬਣਾਈ ਹੋਈ ਹੈ ਤੇ ਇਸੇ ਲਈ ਇਹਦੀ ਇੰਟਰਨੈਸ਼ਨਲ ਰੈਲੇਵੈਂਸ ਕਰਕੇ ਇਹ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛੀ ਜਾਂਦੀ ਹੈ। ਫਿਰ ਹੈ ਮੁਬਾਰਕ ਮਸਜਿਦ ਕਾਦੀਆਂ ਦੇ ਵਿੱਚ, ਖੈਰੁਦੀਨ ਮਸਜਿਦ ਅੰਮ੍ਰਿਤਸਰ। ਗੁਰੂ ਕੀ ਮਸੀਤ, ਜਿਹੜੀ ਇਹ ਮਸੀਤ ਹੈ ਇਹ ਰਿਵਰ ਬਿਆਸ ਦੇ ਕੰਢੇ ਤੇ ਬਣਾਈ ਹੋਈ ਹੈ ਤੇ ਇਹਨੂੰ ਬਣਾਉਣ ਦੀ ਜਿਹੜੀ ਰਿਕੁਐਸਟ ਸੀਗੀ ਉਹ ਕੀਤੀ ਸੀ ਗੁਰੂ ਹਰਗੋਬਿੰਦ ਸਿੰਘ ਜੀ ਨੇ। ਦੈਨ ਆਉਂਦੀ ਹੈ ਇਮਾਮ ਨਸੀਰ ਮੌਸੂਲੀਅਮ ਐਂਡ ਜਾਮਾ ਮਸਜਿਦ, ਉਹ ਹੈ ਜਲੰਧਰ ਵਿੱਚ। ਸੋ ਇਹ ਤੁਸੀਂ ਇੰਪੋਰਟੈਂਟ ਮੌਸਕ ਵੀ ਯਾਦ ਰੱਖਣੀਆਂ ਨੇ। ਜਦੋਂ ਵੀ ਆਪਾਂ ਆਰਟ ਐਂਡ ਕਲਚਰ ਦੀ ਗੱਲ ਕਰਦੇ ਹਾਂ ਤਾਂ ਟਰਾਈ ਕਰੋ ਤੁਸੀਂ ਹਰ ਤਰ੍ਹਾਂ ਦੇ ਪੁਆਇੰਟ ਨੂੰ ਕਵਰ ਕਰਕੇ ਜਾਓ, ਕਿਉਂਕਿ ਐਗਜ਼ਾਮੀਨਰ ਦਾ ਕੁਝ ਨਹੀਂ ਪਤਾ। ਤੁਸੀਂ ਸ਼ਾਇਦ ਕਿਸੇ ਚੀਜ਼ ਨੂੰ ਅਨਇੰਪੋਰਟੈਂਟ ਸਮਝ ਸਕਦੇ ਹੋ ਬਟ ਮੇਬੀ ਉਹ ਐਗਜ਼ਾਮੀਨਰ ਦੇ ਲਈ ਬਹੁਤ ਇੰਪੋਰਟੈਂਟ ਟੌਪਿਕ ਹੋਵੇ। ਸੋ ਟਰਾਈ ਕਰੋ ਕਿ ਹਰ ਤਰ੍ਹਾਂ ਦੇ ਏਰੀਆ ਨੂੰ ਕਵਰ ਕਰਕੇ ਜਾਓ। ਸੋ ਮੈਂ ਹੁਣ ਕੀ ਕੀਤਾ, ਜਿਹੜੇ ਮੇਰੇ ਖੁਦ ਦੇ ਹੈਂਡ ਰਿਟਨ ਨੋਟਸ ਦੀ ਕੰਪਾਈਲੇਸ਼ਨ ਹੈ ਲਿਟਰੇਚਰ ਆਫ ਪੰਜਾਬ ਟੌਪਿਕ ਦੀ, ਸੋ ਮੈਂ ਉਹੀ ਉਰੇ ਐਡ ਕਰਤੇ। ਸੋ ਹੁਣ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਲਿਟਰੇਚਰ ਆਫ ਪੰਜਾਬ ਟੌਪਿਕ ਤੋਂ। ਸੋ ਪਹਿਲਾਂ ਇਹ ਕਰਨ ਤੋਂ ਆਪਣੇ ਲਈ ਇਹ ਫੈਕਟ ਜਾਣਨਾ ਜ਼ਰੂਰੀ ਹੈ ਜੋ ਐਗਜ਼ਾਮ ਦੇ ਵਿੱਚ ਬਾਰ-ਬਾਰ ਕੁਐਸਚਨ ਪੁੱਛਿਆ ਜਾਂਦਾ ਕਿ ਗੁਰਮੁਖੀ ਕਿਹਦੀ ਰਚਨਾ ਹੈ। ਸੋ ਗੁਰਮੁਖੀ ਭਾਸ਼ਾ ਪੰਜਾਬੀ ਹੈ ਜਿਹੜੀ ਆਪਣੀ, ਉਹ ਹੈ ਗੁਰੂ ਅੰਗਦ ਦੇਵ ਜੀ ਦੀ। ਸੋ ਇਹ ਕੁਐਸਚਨ ਤਾਂ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ। ਹੁਣ ਆਉਂਦੀ ਹੈ 2 ਤਰ੍ਹਾਂ ਦੀ ਲਿਟਰੇਚਰ, ਇੱਕ ਤਾਂ ਆਉਂਦੀ ਹੈ ਓਲਡ ਕਲਾਸੀਕਲ ਪੁਰਾਣੇ ਜ਼ਮਾਨੇ ਵਾਲੀ, ਇੱਕ ਆਪਾਂ ਪੜਾਂਗੇ ਮਾਡਰਨ ਨਵੀਂ ਵਾਲੀ ਜਿਹੜੀ ਲਿਟਰੇਚਰ ਹੈ। ਸੋ ਜੇ ਆਪਾਂ ਕਲਾਸੀਕਲ ਲਿਟਰੇਚਰ ਦੀ ਗੱਲ ਕਰੀਏ, ਇਹ ਕੁਐਸਚਨ ਵੀ ਬਹੁਤ ਵਾਰੀ ਆਇਆ ਹੈ ਕਿ ਕਲਾਸੀਕਲ ਲਿਟਰੇਚਰ ਦੀ ਸਟਾਰਟਿੰਗ ਕਿੱਥੋਂ ਹੈ। ਜੇ ਪੰਜਾਬੀ ਲਿਟਰੇਚਰ ਦੀ ਗੱਲ ਕਰੀਏ ਤਾਂ ਬਾਬਾ ਫਰੀਦ ਤੋਂ ਇਹਦੀ ਸਟਾਰਟਿੰਗ ਮੰਨੀ ਜਾਂਦੀ ਹੈ। ਸੋ ਸਟਾਰਟਡ ਵਿਦ ਫਰੀਦੁਦੀਨ ਗੰਜ ਸ਼ਿਕਰ ਬਾਬਾ ਫਰੀਦ। ਸੋ ਸ਼ੇਖ ਫਰੀਦ, ਇਹ ਕੋਠੇਵਾਲ ਮੁਲਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਸੋ 1176 ਤੋਂ ਲੈ ਕੇ 1256 ਤੱਕ ਇਹਨਾਂ ਨੇ ਆਪਣੀ ਲਾਈਫ ਜੀ। ਸੋ ਉਸ ਤੋਂ ਬਾਅਦ ਇੰਪੋਰਟੈਂਟ ਚੀਜ਼ ਹੈ ਕਿ ਇਹ ਜਿਹੜਾ ਖਵਾਜਾ ਕੁਤੁਬਦੀਨ ਬਖਤਿਆਰ ਕਾਕੀ ਸੀ ਉਹਦੇ ਇੱਕ ਡਿਸਿਪਲ ਸੀ, ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸੀ ਤੇ ਪਹਿਲੀ ਵਾਰੀ ਇਹਨਾਂ ਨੇ ਇੱਕ ਪੋਇਟ ਦੇ ਤੌਰ ਤੇ ਪੰਜਾਬੀ ਲੈਂਗੁਏਜ ਦੇ ਵਿੱਚ ਕੁਝ ਰਿਕਾਰਡ ਕੀਤਾ ਤੇ ਜਿਹੜੀ ਇਹਨਾਂ ਦੀ ਪੋਇਟਰੀ ਹੈ, ਪੋਇਮ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ। ਬਾਕੀ ਜਿਹੜੇ ਮੇਨ ਥੀਮ ਹੈ ਇਹਨਾਂ ਦੀ ਬਾਣੀ ਦਾ, ਉਹਦੇ ਵਿੱਚ ਕੀ ਸੀ ਕਿ 4 ਸ਼ਬਦ ਤੇ 112 ਸ਼ਲੋਕ। ਸੋ ਇਹ ਵੀ ਤੁਸੀਂ ਯਾਦ ਰੱਖਣਾ।
ਨੈਕਸਟ ਹੈ ਗੁਰੂ ਨਾਨਕ ਦੇਵ ਜੀ। ਸੋ ਗੁਰੂ ਨਾਨਕ ਦੇਵ ਜੀ ਇਹਨਾਂ ਨੇ ਕੀ ਲਿਖਿਆ ਇੰਪੋਰਟੈਂਟ ਲਿਟਰੇਚਰ, ਜਪਜੀ ਸਾਹਿਬ, ਸਿੱਧ ਗੋਸ਼ਟ, ਦੈਨ ਦੱਖਣੀ ਓਮਕਾਰ, ਕੀਰਤਨ ਸੁਹੇਲਾ, ਬਾਰਾਂਮਾਹਾ। ਇਹ ਕੁਐਸਚਨ ਬਾਰ-ਬਾਰ ਪੁੱਛਣ ਵਾਲੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀ ਰਚਨਾ ਹੈ, ਗੁਰੂ ਨਾਨਕ ਦੇਵ ਜੀ ਦੀ ਕਿਹੜੀ ਰਚਨਾ ਹੈ। ਸੋ ਤੁਸੀਂ ਟਰਾਈ ਕਰਨਾ ਕਿ ਇਹ ਜਿੰਨੇ ਵੀ ਮੈਂ ਤੁਹਾਨੂੰ ਨੋਟਸ ਦੇ ਵਿੱਚ ਨੇਮ ਦਿੱਤੇ ਨੇ ਅਲੱਗ-ਅਲੱਗ ਰਚਨਾਵਾਂ ਦੇ, ਤੁਹਾਨੂੰ ਇਹ ਐਜ਼ ਇਟ ਇਜ਼ ਯਾਦ ਹੋਣ। ਦੈਨ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਨੇ ਪਹਿਲੀ ਚੀਜ਼ ਤਾਂ ਆਦਿ ਗ੍ਰੰਥ ਹੈ ਜਿਹੜਾ ਆਪਣਾ ਆਦਿ ਗ੍ਰੰਥ ਜਿਹਨੂੰ ਆਪਾਂ ਬੋਲਦੇ ਹਾਂ ਉਹਨੂੰ ਕੰਪਾਈਲ ਕੀਤਾ। ਕਿਹਦੀ ਮਦਦ ਦੇ ਨਾਲ? ਸਕਰਾਈਬ ਕੌਣ ਸੀ? ਆਪਾਂ ਪਿੱਛੇ ਪੜਿਆ ਭਾਈ ਗੁਰਦਾਸ। ਸੋ ਇਹ ਤੁਸੀਂ ਨਾਮ ਬਿਲਕੁਲ ਵੀ ਨਹੀਂ ਭੁੱਲਣਾ। ਨੈਕਸਟ ਹੈ ਗੁਰੂ ਅਰਜਨ ਦੇਵ ਜੀ ਨੇ ਹੋਰ ਕੀ ਲਿਖਿਆ? ਸੁਖਮਨੀ ਸਾਹਿਬ, ਗੌੜੀ, 12 ਅੱਖਰ, ਸੋ ਇਹ ਲਿਖਿਆ। ਫਿਰ ਭਾਈ ਗੁਰਦਾਸ, ਪਹਿਲਾ ਪੁਆਇੰਟ ਤਾਂ ਕਿ ਇਹ ਸਕਰਾਈਬ ਸੀ, ਦੂਜਾ ਵਰਨ ਤੇ ਕਾਬਤ ਸਵਾਈਏ, ਇਹ ਦੋ ਚੀਜ਼ਾਂ ਵੀ ਇਹਨਾਂ ਨੇ ਲਿਖੀਆਂ। ਫਿਰ ਆਉਂਦਾ ਸ਼ਾਹ ਹੁਸੈਨ। ਸ਼ਾਹ ਹੁਸੈਨ ਜਦੋਂ ਆਪਾਂ ਮੁਗਲਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਵਾਰੀ ਨਾਮ ਚ ਆਉਂਦਾ, ਕਿਉਂਕਿ ਇਹ ਜਦੋਂ ਮੁਗਲ ਦਾ ਰੂਲ ਸੀਗਾ, ਜਦੋਂ ਅਕਬਰ ਸ਼ਾਹਜਹਾਂ ਰੂਲਰ ਸੀ, ਉਸ ਸਮੇਂ ਹੀ ਉਹਨਾਂ ਦਾ ਕੰਟੈਂਪਰਰੀ ਮਤਲਬ ਉਸ ਸਮੇਂ ਦਾ ਉਸ ਜ਼ਮਾਨੇ ਦਾ ਪੋਇਟ ਸੀ ਸ਼ਾਹ ਹੁਸੈਨ। ਸੋ ਇਹ ਜਿਹੜੀ ਪੋਇਟਰੀ ਲਿਖਦਾ ਸੀ ਉਹ ਕਾਫੀ ਫਾਰਮ ਦੀ, ਕਾਫੀ ਤੁਸੀਂ ਯਾਦ ਰੱਖਣਾ ਹੈ। ਇਹ ਕੁਐਸਚਨ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਆਇਆ ਕਿ ਇਹਦੀ ਪੋਇਟਰੀ ਦੀ ਟਾਈਪ ਕੀ ਹੁੰਦੀ ਸੀ। ਸੋ ਅੱਗੇ ਨੈਣ ਡੂੰਗੀ, ਆਖ ਨੀ ਮਾਏ ਆਖ, ਦੈਨ ਅਮਲਾ ਦੇ ਉੱਪਰ ਹੋਣ ਨਬੇੜੇ, ਮਾਏ ਨੀ ਮੈਂ ਕਿਹਨੂੰ ਆਖਾਂ, ਇੱਕ ਦਿਨ ਤੈਨੂੰ ਸੁਪਨਾ ਥੀਸਾਂ। ਸੋ ਏਦਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਇਹਨਾਂ ਦਾ ਨਾਮ ਤੁਹਾਨੂੰ ਐਜ਼ ਇਟ ਇਜ਼ ਯਾਦ ਕਰਨਾ ਪਊਗਾ। ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੀਆਂ ਕੰਪਾਈਲੇਸ਼ਨ ਦੇ ਵਿੱਚ ਆਉਂਦੀਆਂ ਨੇ 10ਵੇਂ ਪਾਤਸ਼ਾਹ ਕਾ ਗ੍ਰੰਥ, ਦਸਮ ਗ੍ਰੰਥ, ਦੈਨ ਜਾਪ ਸਾਹਿਬ, ਅਕਾਲ ਉਤਸਵ, ਬਚਿੱਤਰ ਨਾਟਕ। ਇਹ ਕੁਐਸਚਨ ਬਾਰ-ਬਾਰ ਪੁੱਛਿਆ ਜਾਂਦਾ ਹੈ ਕਿ ਬਚਿੱਤਰ ਨਾਟਕ ਕਿਹਦੀ ਰਚਨਾ ਹੈ। ਦੈਨ ਚੰਡੀ ਦੀ ਵਾਰ, ਗਿਆਨ ਪ੍ਰਬੋਧ, 24 ਅਵਤਾਰ, ਖਾਲਸੇ ਦੀ ਮਹਿਮਾ, ਸਵਈਅਲ, ਜ਼ਫਰਨਾਮਾ। ਜ਼ਫਰਨਾਮਾ ਵੀ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਇਆ ਹੈ। ਸੋ ਇਹ ਤੁਸੀਂ ਬਚਿੱਤਰ ਨਾਟਕ ਤੇ ਜ਼ਫਰਨਾਮਾ, ਇਹ ਤਾਂ ਤੁਹਾਨੂੰ ਟਿਪਸ ਤੇ ਹੋਣੇ ਚਾਹੀਦੇ ਨੇ ਵੀ ਇਹ ਦੋ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ। ਨੈਕਸਟ ਆ ਗਿਆ ਬੁੱਲੇ ਸ਼ਾਹ। ਬੁੱਲੇ ਸ਼ਾਹ ਵੀ ਕਾਫੀ ਫਾਰਮ ਹੀ ਲਿਖਦਾ ਸੀ ਤੇ ਹੋਰ ਇਹ ਕੀ ਲਿਖਦਾ ਸੀ? ਇਹ ਦੋੜੇ ਲਿਖਦੇ ਸੀ, 12 ਮਾਹ, ਅਥਵਾਰਾ। ਦੈਨ ਇਹ ਕਾਦਰੀ ਆਰਡਰ ਦੇ ਫਕੀਰ ਸੀ ਤੇ ਸ਼ਾਹ ਇਨਾਇਤ ਨੂੰ ਆਪਣਾ ਗੁਰੂ ਮੰਨਦੇ ਸੀ। ਸੋ ਇਹ ਸੀ ਸ਼ਾਹ ਇਨਾਇਤ ਦੇ ਡਿਸਿਪਲ ਬੁੱਲੇ ਸ਼ਾਹ। ਸੋ ਇਹਦੀਆਂ ਮੇਨ ਕੰਪਾਈਲੇਸ਼ਨ ਵੀ ਕਾਫੀ ਵਾਰੀ ਐਗਜ਼ਾਮ ਚ ਆਉਂਦੀਆਂ ਨੇ ਬੁੱਲੇ ਸ਼ਾਹ ਦੀਆਂ। ਸੋ ਇਹੋ ਨੇ ਮੱਕੇ ਗਿਆ ਗੱਲ ਮੁੱਕਦੀ ਨਹੀਂ, ਬੁੱਲਿਆ ਕੀ ਜਾਣਾ ਮੈਂ ਕੌਣ। ਇਹਨਾਂ ਚੋਂ ਬਹੁਤ ਸਾਰਿਆਂ ਉੱਤੇ ਆਪਾਂ ਨੂੰ ਪਤਾ ਹੈ ਪੰਜਾਬੀ ਗਾਣੇ ਵੀ ਬਣਦੇ ਨੇ ਜੋਗੀ ਦੇ ਨਾਲ। ਦੈਨ ਇਸ਼ਕ ਦੀ ਨਵੀਂ ਨਵੀਂ ਬਹਾਰ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਸੋ ਇਹ ਤਾਂ ਕਾਫੀ ਆਪਾਂ ਨੇ ਆਲਮੋਸਟ ਸਾਰਿਆਂ ਨੇ ਸੁਣੀਆਂ ਹੋਈਆਂ ਰਚਨਾਵਾਂ ਨੇ। ਸੋ ਇਹ ਨੇ ਬੁੱਲੇ ਸ਼ਾਹ ਦੀਆਂ। ਫਿਰ ਆਉਂਦਾ ਵਾਰਿਸ ਸ਼ਾਹ। ਬੁੱਲੇ ਸ਼ਾਹ ਸੀ ਕਾਦਰੀ ਆਰਡਰ ਦੇ, ਇਹ ਸੀ ਚਿਸ਼ਤੀ ਆਰਡਰ ਦੇ। ਸੋ ਇਹ ਅਲੱਗ-ਅਲੱਗ ਜਿਹੜੀਆਂ ਸੂਫੀ ਮੂਵਮੈਂਟਸ ਚੱਲੀਆਂ ਸੀ ਉਹਨਾਂ ਦੇ ਹੀ ਅੱਡ-ਅੱਡ ਆਰਡਰ ਸੀ, ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਦੇ ਗੁਰੂ ਸੀ। ਦੈਨ ਇਹਨਾਂ ਦੇ ਗੁਰੂ ਸੀ ਪੀਰ ਮਖਦੂਰ ਆਫ ਕਸੂਰ। ਸੋ ਤੁਸੀਂ ਇਹ ਗੁਰੂਆਂ ਦੇ ਨਾਮ, ਉਰੇ ਹੈ ਸ਼ਾਹ ਇਨਾਇਤ, ਉਰੇ ਹੈ ਪੀਰ ਮਖਦੂਰ। ਸੋ ਇਹ ਤੁਸੀਂ ਅੱਡ ਤੋਂ ਯਾਦ ਰੱਖਣੇ ਆ। ਸੋ ਵਾਰਿਸ ਸ਼ਾਹ ਦੀ ਸਭ ਤੋਂ ਫੇਮਸ, ਸਭ ਤੋਂ ਇੰਪੋਰਟੈਂਟ ਲਿਟਰੇਚਰ ਹੈ ਲਵ ਸਟੋਰੀ ਹੀਰ ਰਾਂਝਾ। ਸੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਟਿਪਸ ਤੇ ਹੋਣੀ ਚਾਹੀਦੀ ਹੈ ਵੀ ਹੀਰ ਰਾਂਝਾ ਵਾਰਿਸ ਸ਼ਾਹ ਦੀ ਰਚਨਾ ਹੈ। ਇਹ ਤਾਂ ਹੋ ਗਿਆ ਆਪਣਾ ਓਲਡ ਕਲਾਸੀਕਲ ਲਿਟਰੇਚਰ ਬਾਰੇ। ਹੁਣ ਆਪਾਂ ਪੜਾਂਗੇ ਮਾਡਰਨ ਲਿਟਰੇਚਰ। ਸੋ ਪਹਿਲਾ ਜਿਹੜਾ ਪੰਜਾਬੀ ਪ੍ਰਿੰਟਿੰਗ ਪ੍ਰੈਸ ਬਣਿਆ ਸੀਗਾ ਗੁਰਮੁਖੀ ਫੌਂਟ ਦੇ ਵਿੱਚ, ਉਹ ਬਣਿਆ ਸੀ ਲੁਧਿਆਣੇ ਦੇ ਵਿੱਚ। ਇਹ ਯਾਦ ਰੱਖਣਾ 1835 ਦੇ ਵਿੱਚ ਪਹਿਲਾ ਪੰਜਾਬੀ ਪ੍ਰਿੰਟਿੰਗ ਪ੍ਰੈਸ ਉਹ ਬਣਿਆ ਆਪਣਾ ਲੁਧਿਆਣੇ ਦੇ ਵਿੱਚ। ਤੇ ਜਿਹੜੀ ਪਹਿਲੀ ਪੰਜਾਬੀ ਡਿਕਸ਼ਨਰੀ ਸੀ ਉਹ ਕਿਹਨੇ ਪਬਲਿਸ਼ ਕੀਤੀ? ਉਹ ਪਬਲਿਸ਼ ਕੀਤੀ ਸੀ 1854 ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ 1854 ਦੇ ਵਿੱਚ ਰੈਵਰੈਂਡ ਜੇ ਨਿਊਟਨ। ਇਹ ਨਾਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਰੈਵਰੈਂਡ ਜੇ ਨਿਊਟਨ। ਸੋ ਜਿਹੜੇ ਭਾਈ ਕਾਨ ਸਿੰਘ ਨਾਭਾ ਨੇ, ਇਹਨਾਂ ਦਾ ਨਾਮ ਆਪਾਂ ਬਹੁਤ ਵਾਰੀ ਸੁਣਦੇ ਹਾਂ। ਸੋ ਭਾਈ ਕਾਨ ਸਿੰਘ ਨਾਭਾ ਇਹ ਲੀਡਿੰਗ ਪੋਇਟ ਸੀ, ਇੱਕ ਰਾਈਟਰ ਸੀ। ਰਿਲੀਜੀਅਸ ਰਿਫਾਰਮ ਮੂਵਮੈਂਟ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਹਿੱਸਾ ਸੀ। ਸੋ ਇਹ ਸਿੰਘ ਸਭਾ ਮੂਵਮੈਂਟ ਹੋਈ ਸੀ ਜਿਹੜੀ, ਉਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਆਪਣੀਆਂ ਰਚਨਾਵਾਂ ਦੇ ਥਰੂ ਬਹੁਤ ਵਧੀਆ ਕੰਟਰੀਬਿਊਸ਼ਨ ਦਿੱਤਾ। ਤੇ ਉਸ ਤੋਂ ਬਾਅਦ ਇੱਕ ਸਿੱਖ ਇਨਸਾਈਕਲੋਪੀਡੀਆ ਜਿਹਨੂੰ ਆਪਾਂ ਮਹਾਕੋਸ਼ ਕਹਿੰਦੇ ਆ।
सो ਉਹ ਮਹਾਕੋਸ਼ ਇਹਨਾਂ ਦੀ ਹੀ ਰਚਨਾ ਹੈ, ਇਹ ਆਪਾਂ ਨੇ ਯਾਦ ਰੱਖਣਾ ਹੈ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਬਣਦਾ ਹੈ। ਸੋ ਨੈਕਸਟ, ਸੋ ਉਸ ਤੋਂ ਬਾਅਦ ਜਿਹੜੀਆਂ ਇਹ ਨੇ ਰਾਜ ਧਰਮ ਹੋ ਗਈ ਜਾਂ ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਕਰ, ਇਹ ਵੀ ਕਾਫੀ ਵਾਰ ਐਗਜ਼ਾਮ ਚ ਆਉਂਦੀਆਂ ਨੇ। ਸੋ ਇਹ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਇਹ ਵੀ ਭਾਈ ਕਾਨ ਸਿੰਘ ਨਾਭਾ ਜੀਆਂ ਦੀਆਂ ਨੇ। ਨੈਕਸਟ ਹੁੰਦੇ ਨੇ ਭਾਈ ਵੀਰ ਸਿੰਘ, ਇਹਨਾਂ ਨੂੰ ਮਾਡਰਨ ਪੰਜਾਬੀ ਲਿਟਰੇਚਰ ਦਾ ਕ੍ਰੀਏਟਰ ਕਿਹਾ ਜਾਂਦਾ। ਇਹ ਕਿਹਾ ਜਾਂਦਾ ਕਿ ਜੋ ਵੀ ਕਲਾਸੀਕਲ ਓਲਡ ਪੰਜਾਬੀ ਲਿਟਰੇਚਰ ਸੀ ਉਹਨੂੰ ਇੱਕ ਨਵਾਂ ਰੂਪ ਦਿੱਤਾ ਭਾਈ ਵੀਰ ਸਿੰਘ ਨੇ, ਤੇ ਇਹਨਾਂ ਦਾ ਵੀ ਜਿਹੜਾ ਮੇਨ ਮੇਜਰ ਰੋਲ ਸੀ ਉਹ ਸੀ ਸਿੰਘ ਸਭਾ ਮੂਵਮੈਂਟ ਦੇ ਵਿੱਚ। ਤੇ ਹੋਰ ਇੱਕ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖਣਾ ਹੈ ਕਿ 1894 ਦੇ ਵਿੱਚ ਭਾਈ ਵੀਰ ਸਿੰਘ ਨੇ ਇੱਕ ਸੁਸਾਇਟੀ ਲਾਂਚ ਕੀਤੀ ਜਿਹਦਾ ਨਾਮ ਸੀ ਖਾਲਸਾ ਟਰੈਕਟ ਸੁਸਾਇਟੀ। ਸੋ ਇਹ ਨਾਮ ਵੀ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇਹਨਾਂ ਦੀ ਇੱਕ ਪੰਜਾਬੀ ਵੀਕਲੀ, ਇੱਕ ਜਿਵੇਂ ਮੈਗਜ਼ੀਨ ਹੁੰਦਾ ਉਵੇਂ ਕੱਢਦੇ ਸੀ ਪੰਜਾਬੀ ਵੀਕਲੀ ਹਰ ਹਫਤੇ, ਜਿਹਦਾ ਨਾਮ ਸੀ ਖਾਲਸਾ ਸਮਾਚਾਰ। ਸੋ ਨੈਕਸਟ ਹੈ ਕਿਰਪਾ ਸਾਗਰ, ਇਹ ਇੱਕ ਪੇਸ਼ੇ ਦੇ ਵਜੋਂ ਟੀਚਰ ਸੀ, ਬੈਂਕਰ ਸੀ ਤੇ ਪਬਲਿਸ਼ਰ ਸੀ। ਬੇਸਿਕਲੀ ਇਹ ਲਾਹੌਰ ਤੋਂ ਆਪਣਾ ਖੁਦ ਦਾ ਇੱਕ ਪ੍ਰਿੰਟਿੰਗ ਪ੍ਰੈਸ, ਪਬਲਿਸ਼ਿੰਗ ਪ੍ਰੈਸ ਸਟਾਰਟ ਕੀਤਾ ਹੋਇਆ ਸੀ। ਤੇ ਇਹਨਾਂ ਦੀਆਂ ਮੇਨ ਰਚਨਾਵਾਂ ਸੀ ਲక్ష్ਮੀ ਦੇਵੀ, ਮਹਾਰਾਜਾ ਰਣਜੀਤ ਸਿੰਘ, ਦੈਨ ਮਾਨ ਤਰੰਗ, ਫਿਰ ਆਉਂਦਾ ਧਨੀ ਰਾਮ ਚਾਤ੍ਰਿਕ। ਇਹਨਾਂ ਦਾ ਨਾਮ ਤਾਂ ਆਪਾਂ ਨੇ ਬਹੁਤ ਵਾਰ ਸੁਣਿਆ, ਬਹੁਤ ਹੀ ਜ਼ਿਆਦਾ ਖੂਬਸੂਰਤ ਰਚਨਾਵਾਂ ਨੇ ਇਹਨਾਂ ਦੀਆਂ। 1926 ਦੇ ਵਿੱਚ ਇਹ ਪੰਜਾਬੀ ਸਾਹਿਤ ਸਭਾ, ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਬਣੇ, ਮੁਖੀਆ ਬਣੇ। ਸੋ ਇਹ ਤੁਸੀਂ ਯਾਦ ਰੱਖਣਾ ਹੈ ਕਿ ਧਨੀ ਰਾਮ ਚਾਤ੍ਰਿਕ 1926 ਦੇ ਵਿੱਚ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੇ ਹੈਡ ਬਣੇ। ਸੋ ਇਹਨਾਂ ਦੀਆਂ ਕੁਝ ਰਚਨਾਵਾਂ ਦੇਖ ਲੈਂਦੇ ਆ। ਸੋ ਉਹ ਨੇ ਨਾਲ ਦਮਯੰਤੀ, ਦੈਨ ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਨੂਰ ਜਹਾਂ ਬਾਦਸ਼ਾਹ ਬੇਗਮ, ਸੂਫੀ ਖਾਨਾ, ਫੁੱਲਾਂ ਦੀ ਟੋਕਰੀ, ਰਮਤੀ ਸੇਠ। ਸੋ ਇਹ ਇਹਨਾਂ ਦੀਆਂ ਕੁਝ ਇੰਪੋਰਟੈਂਟ ਰਚਨਾਵਾਂ ਨੇ। ਸੋ ਦੈਨ ਇੰਪੋਰਟੈਂਟ ਨਾਮ ਆਉਂਦਾ ਪ੍ਰੋਫੈਸਰ ਪੂਰਨ ਸਿੰਘ ਦਾ। ਇਹ ਨਾਮ ਆਪਾਂ ਨੇ ਬਹੁਤ ਵਾਰੀ ਸੁਣਿਆ ਹੈ। ਸੋ ਪੇਸ਼ੇ ਦੇ ਵਜੋਂ ਉਹ ਇੱਕ ਸਾਇੰਟਿਸਟ ਸੀ ਤੇ ਇੱਕ ਪੋਇਟ ਸੀ। ਸੋ ਇਹਨਾਂ ਨਾਲ ਰਿਲੇਟਡ ਕੁਝ ਇੰਟਰਸਟਿੰਗ ਫੈਕਟ ਜੁੜੇ ਹੋਏ ਨੇ। ਸਟਾਰਟਿੰਗ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਸਿੱਖੀਜ਼ਮ ਦੇ ਵਿੱਚੋਂ ਆਪਣਾ ਜਿਹੜਾ ਵਿਸ਼ਵਾਸ ਸੀ ਉਹ ਖੋਲਿਆ, ਇੱਕ ਸੰਨਿਆਸੀ ਬਣ ਗਏ ਸਵਾਮੀ ਰਾਮ ਤੀਰਥ ਨੂੰ ਮਿਲ ਕੇ। ਪਰ ਫਿਰ ਦੁਬਾਰਾ ਜਦੋਂ 1912 ਦੇ ਵਿੱਚ ਇਹ ਸਿਆਲਕੋਟ ਪਾਕਿਸਤਾਨ ਵਿੱਚ ਭਾਈ ਵੀਰ ਸਿੰਘ ਨੂੰ ਮਿਲੇ ਤਾਂ ਉੱਥੇ ਇਹਨਾਂ ਦਾ ਦੁਬਾਰਾ ਵਿਸ਼ਵਾਸ ਜਿਹੜਾ ਲੋਸਟ ਫੇਥ ਸੀ ਉਹ ਇਹਨਾਂ ਨੇ ਰੀਗੇਨ ਕਰ ਲਿਆ ਸਿੱਖੀਜ਼ਮ ਦੇ ਵਿੱਚ। ਤੇ ਇੰਪੋਰਟੈਂਟ ਚੀਜ਼ ਇਹ ਹੈ ਵੀ ਇਹਨਾਂ ਨੇ ਆਪਣਾ ਯੋਗਦਾਨ ਸਿਰਫ ਪੰਜਾਬੀ ਲਿਟਰੇਚਰ ਵਿੱਚ ਨਹੀਂ ਦਿੱਤਾ, ਨਾਲ ਇੰਗਲਿਸ਼ ਲਿਟਰੇਚਰ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ। ਸੋ ਇਹਨਾਂ ਦੀ ਰਚਨਾਵਾਂ ਨੇ ਜਿਵੇਂ ਖੁੱਲੇ ਮੈਦਾਨ, ਖੁੱਲੇ ਕੁੰਡ, ਖੁੱਲੇ ਲੇਖ, ਪੂਰਨ ਨਾਥ ਜੋਗੀ, ਇਹ ਬਹੁਤ ਕਾਮਨ ਹੈ। ਦੈਨ ਸਿਸਟਰਸ ਆਫ ਸਪਿਨਿੰਗ ਵੀਲ, ਅਨਸਟਰੰਗ ਬੀਟਸ, ਸਪਿਰਿਟ ਆਫ ਓਰੀਐਂਟਲ ਪੋਇਟਰੀ, ਇਹ ਕੁਝ ਇੰਗਲਿਸ਼ ਇਹਨਾਂ ਦੀਆਂ ਰਚਨਾਵਾਂ ਨੇ। ਤੇ ਜਿਹੜੀ ਸਿਸਟਰਸ ਆਫ ਸਪਿਨਿੰਗ ਵੀਲ ਹੈ ਇਹ ਐਗਜ਼ਾਮ ਵਿੱਚ ਕਾਫੀ ਵਾਰੀ ਆ ਚੁੱਕੀ ਹੈ। ਸੋ ਉਸ ਤੋਂ ਬਾਅਦ ਹੈ ਗੁਰਬਖਸ਼ ਸਿੰਘ ਪ੍ਰੀਤਲੜੀ। ਇਹਨਾਂ ਦਾ ਇੱਕ ਹਰ ਮਹੀਨੇ ਜਰਨਲ ਨਿਕਲਦਾ ਸੀ ਪ੍ਰੀਤ ਲੜੀ ਦੇ ਨਾਮ ਤੋਂ। ਇੱਥੋਂ ਹੀ ਇਹਨਾਂ ਦੇ ਨਾਮ ਦੇ ਪਿੱਛੇ ਪ੍ਰੀਤ ਲੜੀ ਲੱਗਿਆ। ਇੱਕ ਨਾਵਲਿਸਟ ਸੀ, ਨਾਵਲ ਲਿਖਦੇ ਸੀ, ਨਾਲ ਇਹ ਛੋਟੀਆਂ ਸਟੋਰੀਆਂ ਲਿਖਦੇ ਸੀ। ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਗੁਰਬਖਸ਼ ਸਿੰਘ ਨੂੰ ਸਾਹਿਤਯ ਅਕੈਡਮੀ ਫੈਲੋਸ਼ਿਪ ਮਿਲੀ ਸੀ 1971 ਵਿੱਚ। ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟ ਹੈ। ਜੋ ਵੀ ਹੁਣ ਮੈਂ ਤੁਹਾਨੂੰ ਇੰਪੋਰਟੈਂਟ ਅਵਾਰਡਸ ਕਰਵਾਉਂਗੀ, ਵੈਸੇ ਮੈਂ ਅਵਾਰਡਸ ਦੀ ਲਿਸਟ ਅਲੱਗ ਤੋਂ ਇੱਕ ਟੌਪਿਕ ਦੇ ਅੰਦਰ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ, ਪਰ ਇਹ ਨੋਟਸ ਦੇ ਨਾਲ ਨਾਲ ਤੁਹਾਡੀ ਰਿਵੀਜ਼ਨ ਵੀ ਹੋ ਜਾਊਗੀ। ਤੁਹਾਨੂੰ ਮੈਂ ਉਰੇ ਹੀ ਮੈਂਸ਼ਨ ਕੀਤਾ ਹੋਇਆ ਹੈ ਕਿ ਕਿਹੜੇ ਰਾਈਟਰ ਨੂੰ, ਕਿਹੜੇ ਲੌਰੀਏਟ ਨੂੰ ਕਿਹੜਾ ਇੰਪੋਰਟੈਂਟ ਅਵਾਰਡ ਮਿਲਿਆ। ਨੈਕਸਟ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਨਾਮ ਆਪਣੇ ਸਾਹਮਣੇ ਆਉਂਦਾ ਜਿਨ੍ਹਾਂ ਨੂੰ ਪੰਜਾਬੀ ਡਰਾਮਾ ਦੇ ਫਾਦਰ ਕਿਹਾ ਜਾਂਦਾ ਹੈ। ਇਹ ਕੁਐਸਚਨ ਬਹੁਤ ਵਾਰੀ ਐਗਜ਼ਾਮ 'ਚ ਆਇਆ ਹੈ। ਹਰ 1 ਸਾਲ ਬਾਅਦ ਇਹ ਕੁਐਸਚਨ ਤੁਹਾਨੂੰ ਕਿਸੇ ਨਾ ਕਿਸੇ ਸਟੇਟ ਐਗਜ਼ਾਮ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੂਗਾ। ਸੋ ਕੁਐਸਚਨ ਹੁੰਦਾ that who is the father of ਪੰਜਾਬੀ ਡਰਾਮਾ। ਸੋ ਉਹ ਨੇ ਈਸ਼ਵਰ ਚੰਦਰ ਨੰਦਾ। ਇਹਨਾਂ ਦਾ ਜਨਮ ਗੁਰਦਾਸਪੁਰ ਵਿੱਚ ਹੋਇਆ। ਤੇ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟ ਜੋ ਇਹਨਾਂ ਦੇ ਨਾਲ ਜੁੜਿਆ ਹੋਇਆ ਉਹ ਇਹ ਹੈ ਕਿ 1913 ਦੇ ਵਿੱਚ ਇਹਨਾਂ ਨੇ ਇੱਕ ਐਕਟ ਵਾਲਾ ਪਲੇ ਲਿਖਿਆ ਸੀ ਸੁਹਾਗ। ਤੇ ਜਿਹੜਾ ਇਹ ਪਲੇ ਸੀ ਇਹ ਪਹਿਲਾ ਪੰਜਾਬੀ ਸਟੇਜ ਉੱਤੇ ਪਰਫਾਰਮ ਕਰਨ ਵਾਲਾ ਡਰਾਮਾ ਬਣਿਆ। ਸੋ ਉਹਨਾਂ ਨੇ ਇਸ ਪਲੇ ਨੂੰ ਲਿਖਿਆ, ਰਾਈਟਰ ਸੀ ਤੇ ਇਹਦੇ ਡਾਇਰੈਕਟਰ ਵੀ ਸੀ।
सो ये पूरे इंपॉर्टेंट फैक्ट्स तुहानू एग्जाम दे लई याद होने चाहिए ने। नैक्सट है नानक सिंह। नानक सिंह बेसिकली एक पंजाबी हिंदू फैमिली दे विच बॉर्न होए पाकिस्तान दे विच, ते मोस्टली जिहड़ी इन्हां दी राइटिंग हुंदियां सी स्टार्टिंग विच ओह देश दी आज़ादी नाल रिलेटेड हुंदियां सी, ब्रिटिशर्स दे खिलाफ। यही कारण सी कि इन्हां नू एक वारी अंग्रेजां ने अरेस्ट कीता सी। इन्हां दी कुछ फेमस रचनावां ने चिट्टा लहू, गंगा जल विच सवा, दैन प्यार दी दुनिया, उस तो बाद है संग्राम, टुट्टी वीणा, गंगा जल विच शबाब, दूर किनारा, खून दे सोहेले, अग दी खेड़, कट्टी हुई पतंग, एक म्यान दो तलवारां। ये क्वेश्चन तां बहुत वारी एग्जाम दे विच आया है कि एक म्यान दो तलवारां किहदी रचना है। सो ये है नानक सिंह दी रचना। ते इन्हां नू 1962 दे विच इसे रचना दे लई एक म्यान दो तलवारां दे लई साहित्य अकेडमी अवार्ड मिलिया। बहुत ज़्यादा इंपॉर्टेंट फैक्ट, इस रचना का नाम, इस अवार्ड का ईयर, ते इन्हां नू सन्मान करन दे लई 1998 विच इन्हां दे लई एक पोस्टल स्टैंप भी रिलीज कीती सी। नैक्सट है प्रोफैसर मोहन सिंह। प्रोफैसर मोहन सिंह ने जिहड़े ये लैक्चरर सी खालसा कॉलेज अमृतसर विच ते PAU लुधियाने विच भी, एग्रीकल्चर यूनिवर्सिटी विच भी ये प्रोफैसर एमिरेटस दे तौर ते काम करदे सी। सो इन्हां नू 1959 दे विच साहित्य अकेडमी अवार्ड मिलिया। इन्हां दी बहुत खूबसूरत रचना है वड्डा वेला। सो वड्डा वेला करके इन्हां नू यह सन्मान मिलिया। नैक्सट है गुरदयाल सिंह। गुरदयाल सिंह नू सब तो इंपॉर्टेंट चीज़ जिहड़ा जननपित अवार्ड हुंदा है वो मिलिया सी 1999 दे विच। सो जननपित अवार्ड मिलिया ते जलंधर डिस्ट्रिक्ट विच इन्हां दा जन्म होया। इन्हां नू इंपॉर्टेंटली मेनली किस चीज़ करके जानिया जांदा है, केड़ी रचना करके जानिया जांदा है? सो वो है सग्गी फुल, कुत्ता ते आदमी, अनहोई, अध चन्नन रात। अध चन्नन रात बहुत ही ज़्यादा एक इंपॉर्टेंट रचना है गुरदयाल सिंह दी। फिर आंदा बलराज सानी। इन्हां दा जन्म दा नाम सी युधिष्ठिर सानी। रावलपिंडी पाकिस्तान विच इन्हां दा जन्म होया। ये एक बहुत इंपॉर्टेंट बहुत फेमस फिल्म एक्टर भी सी, दैन एक राइटर भी सी। 1969 दे विच इन्हां नू पद्म श्री अवार्ड मिलिया। बहुत इंपॉर्टेंट फैक्ट है, एग्जाम दे विच काफ़ी बारी रिपीट हुंदा क्वेश्चन। दैन इन्हां दे सन्मान दे विच इंडियन पोस्ट ने एक पोस्टेज स्टैंप लॉन्च की सी 2013 विच। ते इन्हां दी एक ऑटोबायोग्राफी है, एक आत्म कथा है जो एग्जामिनर्स दा फेवरेट क्वेश्चन है। वो है मेरा रूसी सफरनामा, मेरी फिल्मी आत्म कथा। ये जिहड़े दो तीन रचनावां ने इन्हां चों क्वेश्चन बार बार पूछे जाते हैं। नैक्सट है बलवंत गार्गी। बलवंत गार्गी जी का जन्म बठिंडा विच होया। कक्कर रेता इन्हां दा एहजा नॉवल है जिहड़ी पूरी दुनिया विच फेमस है। उस तो बाद इन्हां नू साहित्य अकेडमी अवार्ड मिलिया अपनी किताब रंगमंच लई। ये भी नाम बहुत ज़्यादा इंपॉर्टेंट है। दैन इन्हां नू संगीत नाटक अकेडमी अवार्ड मिलिया 1998 विच। सो जो भी इंपॉर्टेंट अवार्ड्स ने बलवंत गार्गी नाल रिलेटेड ये थोनू चंगी तरह याद होने चाहिए ने। ते एक इन्हां दी भी आत्म कथा है जो क्वेश्चंस विच बार बार पूछी जाती है, वो है द नेकेड ट्रायंगल। सो बलवंत गार्गी की ऑटोबायोग्राफी है द नेकेड ट्रायंगल। ਇਹਦਾ नाम भी बहुत ज़्यादा इंपॉर्टेंट है। दैन करतार सिंह दुग्गल। पंजाब सरकार ने 1962 ਦੇ ਵਿੱਚ ਇਹਨਾਂ ਨੂੰ ਬੈਸਟ ਲਿਟਰੇਚਰ ਦੇ ਨਾਮ ਦੇ ਨਾਲ ਸਨਮਾਨਿਆ। ਦੈਨ ਇਹਨਾਂ ਨੂੰ ਪਦਮ ਭੂਸ਼ਣ ਅਵਾਰਡ ਮਿਲਿਆ। ਉਸ ਤੋਂ ਬਾਅਦ ਇਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ 2007 ਵਿੱਚ। ਆਲਸੋ ਇਹਨਾਂ ਨੂੰ ਸਨਮਾਨ ਦੇ ਤੌਰ ਤੇ ਰਾਜ ਸਭਾ ਦੇ ਵਿੱਚ ਜਿਹੜੀਆਂ ਇੱਕ ਨੋਮੀਨੇਟਡ ਸੀਟ ਹੁੰਦੀਆਂ ਨੇ, ਜਿਨ੍ਹਾਂ ਚੋਂ ਆਰਟ, ਕਲਚਰ, ਸੋਸ਼ਲ ਸਾਇੰਸ, ਸੋਸ਼ਲ ਸਰਵਿਸ, ਇਹ ਸੈਕਟਰਸ ਵਿੱਚੋਂ ਬੰਦੇ ਚੁਣ ਕੇ ਮੈਂਬਰ ਬਣਾਏ ਜਾਂਦੇ ਨੇ। ਸੋ ਉਹਨਾਂ ਦਾ ਨਾਮ ਕਰਤਾਰ ਸਿੰਘ ਦੁੱਗਲ ਦਾ ਰਾਜ ਸਭਾ ਦੇ ਵਿੱਚ ਵੀ ਨੋਮੀਨੇਟ ਕੀਤਾ ਗਿਆ। ਇਹਨਾਂ ਦੀ ਬਹੁਤ ਇੱਕ ਇੰਪੋਰਟੈਂਟ ਰਚਨਾ ਹੈ ਇੱਕ ਚਿੱਤ ਚੰਨਣ ਦੀ। ਸੋ ਇਹ ਤੁਹਾਨੂੰ ਨਾਮ ਯਾਦ ਹੋਣਾ ਚਾਹੀਦਾ ਹੈ। ਨੈਕਸਟ ਹੈ ਅੰਮ੍ਰਿਤਾ ਪ੍ਰੀਤਮ। The most important name when we talk about Punjab literature. So Amrita Pritam, Amrit Kaur ਇਹਨਾਂ ਦੇ ਜਨਮ ਦਾ ਨਾਮ ਸੀ। ਹਿੰਦੀ ਤੇ ਪੰਜਾਬੀ ਦੋਨੋਂ ਭਾਸ਼ਾਵਾਂ ਦੇ ਵਿੱਚ ਲਿਖਦੇ ਸੀ। ਇੱਕ ਹੋਰ ਆਪਾਂ ਨੇ ਪੜ੍ਹੇ ਨੇ ਪਿੱਛੇ ਪ੍ਰੋਫੈਸਰ ਪੂਰਨ ਸਿੰਘ, ਜਿਹੜੇ ਪੰਜਾਬੀ ਤੇ ਇੰਗਲਿਸ਼ ਵਿੱਚ ਲਿਖਦੇ ਸੀ। ਸੋ ਇਹ ਲਿਖਦੇ ਸੀ ਹਿੰਦੀ ਤੇ ਪੰਜਾਬੀ ਵਿੱਚ।
ਇਹ ਪਹਿਲੀ ਇਹ ਜੀ ਪ੍ਰੋਮੀਨੈਂਟ ਵਿਮਨ ਸੀ, ਔਰਤ ਸੀ ਜੋ ਇੱਕ ਪੰਜਾਬੀ ਪੋਇਟਸ ਸੀ, ਨੋਵਲਿਸਟ ਸੀ, ਐਸੇ ਲਿਖਦੇ ਸੀ ਤੇ ਇਹਨਾਂ ਨੂੰ ਇੱਕ ਆਪਣੀ ਲੰਬੀ ਪੋਇਮ ਕਰਕੇ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਤੇ ਇਹ ਪੰਜਾਬ ਦੀ ਫਰਸਟ ਵਿਮਨ ਬਣੀ ਸੀ ਸਾਹਿਤਯ ਅਕੈਡਮੀ ਅਵਾਰਡ ਲਈ। ਇਹ ਫੈਕਟ ਵੀ ਤੁਸੀਂ ਯਾਦ ਰੱਖਣਾ ਹੈ। ਦੈਨ ਇਹਨਾਂ ਨੂੰ ਜਿਹੜਾ ਜਨਨੀਪਿਤ ਅਵਾਰਡ ਹੈ ਉਹ ਮਿਲਿਆ ਸੀ, ਜਿਹੜਾ ਇੰਡੀਆ ਦਾ ਹਾਈਐਸਟ ਲਿਟਰੇਸੀ ਅਵਾਰਡ ਹੈ ਕਾਗਜ਼ ਤੇ ਕੈਨਵਸ ਦੇ ਲਈ। ਇਹ ਨਾਮ ਵੀ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਉਸ ਤੋਂ ਬਾਅਦ ਦੋ ਇੰਪੋਰਟੈਂਟ ਇੰਡੀਆ ਲੈਵਲ ਦੇ ਸਨਮਾਨ ਪਦਮ ਸ਼੍ਰੀ, ਪਦਮ ਵਿਭੂਸ਼ਣ, ਇਹ ਦੋਨੋਂ ਸਨਮਾਨ ਮਿਲੇ ਸੀ। ਦੈਨ ਇਹਨਾਂ ਦੇ ਕੁਝ ਇੰਪੋਰਟੈਂਟ ਨੋਵਲ ਸੀ, ਪੋਇਟਰੀ ਸੀ, ਜਿਹੜੀ ਮੰਥਲੀ ਪੋਇਟਰੀ ਕੱਢਦੀ ਸੀ ਜੋ ਸੀ ਨਾਗਮਣੀ। ਇਹਨਾਂ ਦੀ ਆਤਮ ਕਥਾ ਮੈਂ ਤੁਹਾਨੂੰ ਜਿਹੜੇ ਲੌਰੀਏਟਸ ਦੀ ਦੱਸੀ ਹੈ ਉਹ ਸਾਰਿਆਂ ਦੀ ਤੁਸੀਂ ਯਾਦ ਰੱਖਣੀ ਹੈ। ਸੋ ਉਰੇ ਇਹਨਾਂ ਦੀ ਆਟੋਬਾਇਓਗ੍ਰਾਫੀ ਦਾ ਨਾਮ ਹੈ ਰਸੀਦੀ ਟਿਕਟ। ਸੋ ਅੰਮ੍ਰਿਤਾ ਪ੍ਰੀਤਮ ਦੀ ਆਤਮ ਕਥਾ ਦਾ ਨਾਮ ਹੈ ਰਸੀਦੀ ਟਿਕਟ। ਦੈਨ ਆਉਂਦੇ ਨੇ ਜਸਵੰਤ ਸਿੰਘ ਕੰਵਲ। ਜਸਵੰਤ ਸਿੰਘ ਕੰਵਲ ਦਾ 2020 ਦੇ ਵਿੱਚ ਹੀ ਦੇਹਾਂਤ ਹੋਇਆ। ਸੋ ਇਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਇਹਨਾਂ ਦੀ ਕਿਤਾਬ ਪਾਖੀ ਲਈ ਮਿਲਿਆ 1996 ਵਿੱਚ। ਫਿਰ ਇਹਨਾਂ ਨੂੰ ਤਸ਼ਾਲੀ ਦੀ ਹੰਸੋ, ਇਹਦੇ ਲਈ ਸਾਹਿਤਯ ਅਕੈਡਮੀ ਅਵਾਰਡ ਮਿਲਿਆ 1998 ਵਿੱਚ। ਸੋ ਇਹ ਇੰਪੋਰਟੈਂਟ ਨਾਮ ਹੈ, ਇਹਨਾਂ ਨੂੰ 2 ਵਾਰੀ ਸਾਹਿਤਯ ਅਕੈਡਮੀ ਅਵਾਰਡ ਮਿਲਿਆ। ਤੁਸੀਂ ਇਸ ਅਵਾਰਡ ਨੂੰ ਈਅਰਸ ਦੇ ਅਕੋਰਡਿੰਗ ਯਾਦ ਕਰਨਾ ਹੈ ਵੀ ਕਿਹੜੇ ਸਾਲ ਦੇ ਵਿੱਚ ਕਿਹੜੀ ਰਚਨਾ ਦੇ ਲਈ ਅਵਾਰਡ ਮਿਲਿਆ। ਦੈਨ ਆਉਂਦੇ ਦਲੀਪ ਕੌਰ ਟਿਵਾਣਾ। ਇਹਨਾਂ ਦਾ ਵੀ ਰੀਸੈਂਟਲੀ 2020 ਦੇ ਵਿੱਚ ਡੈਥ ਹੋਈ, 1935 ਜਨਮ ਹੋਇਆ ਰੱਬੋਂ ਲੁਧਿਆਣਾ ਵਿੱਚ। ਦੈਨ ਇਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ 1971 ਵਿੱਚ ਇਹੋ ਹਮਾਰਾ ਜੀਵਨ ਰਚਨਾ ਲਈ। ਉਸ ਤੋਂ ਬਾਅਦ ਇਹਨਾਂ ਨੂੰ ਸਰਸਵਤੀ सम्मान ਵੀ ਮਿਲਿਆ ਸੀ। ਇਹਨਾਂ ਨੇ ਇੱਕ ਨੋਵਲ ਲਿਖਿਆ ਸੀ ਕਥਾ ਕਹੋ ਉਰਵਸ਼ੀ 2001 ਵਿੱਚ। ਸੋ ਇਹ ਵੀ ਤੁਸੀਂ ਨਾਮ ਯਾਦ ਰੱਖਣਾ ਹੈ। ਬਾਕੀ ਇਹਨਾਂ ਨੂੰ ਪੰਜਾਬੀ ਸਾਹਿਤ ਰਤਨ ਅਵਾਰਡ ਮਿਲਿਆ, ਪਦਮ ਸ਼੍ਰੀ ਅਵਾਰਡ ਮਿਲਿਆ ਤੇ ਜਿਹੜੀ ਇਹਨਾਂ ਨੇ ਬਾਇਓਗ੍ਰਾਫੀ ਲਿਖੀ ਸੀ, ਬਾਇਓਗ੍ਰਾਫੀ ਮੀਨਸ ਕਿ ਕਿਸੇ ਹੋਰ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ। ਉਰੇ ਆਪਾਂ ਆਟੋਬਾਇਓਗ੍ਰਾਫੀ ਦੀ ਗੱਲ ਨਹੀਂ ਕਰ ਰਹੇ, ਆਤਮ ਕਥਾ ਦੀ ਨਹੀਂ, ਆਪਾਂ ਉਰੇ ਕਿਸੇ ਹੋਰ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਚੀਜ਼ ਦੀ ਗੱਲ ਕਰ ਰਹੇ ਹਾਂ। ਸੋ ਉਹ ਹੈ ਡਾਕਟਰ ਮੋਹਨ ਸਿੰਘ ਦੀਵਾਨਾ। ਸੋ ਇਹ ਤੁਸੀਂ ਨਾਮ ਯਾਦ ਰੱਖਣਾ ਹੈ। ਬਾਕੀ ਜਿਹੜਾ ਇਹਨਾਂ ਦੀ ਆਟੋਬਾਇਓਗ੍ਰਾਫੀ ਹੈ ਉਹ 3-4 ਇਹਨਾਂ ਨੇ ਆਟੋਬਾਇਓਗ੍ਰਾਫੀਜ਼ ਲਿਖੀਆਂ ਨੇ। ਨੰਗੇ ਪੈਰਾਂ ਦਾ ਸਫ਼ਰ, पूछते हो तो सुनो, ये बहुत इंपॉर्टेंट है। तेरे मेरे सरोकार, ਜਿਉਣ ਜੋਗਾ। सो पूछते हो तो सुनो, ये बहुत ज्यादा फेमस इन्हां दी आत्मकथा रही है। नैक्सट बहुत ज्यादा इंपॉर्टेंट नाम, ऑलमोस्ट हर किसी नूं पंजाब दे बच्चे नूं वड्डे नूं इन्हां दा नाम जरूर पता हुंदा है। सो ये ने शिव कुमार बटालवी जी। इन्हां दा जन्म सियालकोट पाकिस्तान विच होया 1936। बाद विच जदों देश आज़ाद होया ਤਾਂ ਇਹ ਗੁਰਦਾਸਪੁਰ ਡਿਸਟ੍ਰਿਕਟ ਦੇ ਬਟਾਲਾ ਸ਼ਹਿਰ ਵਿੱਚ ਆ ਕੇ ਮੂਵ ਕੀਤੇ 1947 ਦੇ ਵਿੱਚ। ਉਸ ਤੋਂ ਬਾਅਦ ਸਾਹਿਤਯ ਅਕੈਡਮੀ ਅਵਾਰਡ ਹਾਸਿਲ ਕਰਨ ਵਾਲੇ ਇਹ ਸਭ ਤੋਂ ਛੋਟੀ ਉਮਰ ਦੇ ਰੈਸੀਪੀਐਂਟ ਬਣੇ, ਯੰਗੈਸਟ ਰੈਸੀਪੀਐਂਟ। ਇਹ ਫੈਕਟ ਵੀ ਤੁਸੀਂ ਯਾਦ ਰੱਖਣਾ ਹੈ। 1967 ਦੇ ਵਿੱਚ ਮਿਲਿਆ। ਇਹਨਾਂ ਨੇ ਇੱਕ ਡਰਾਮਾ ਪਲੇ ਲਿਖਿਆ ਸੀ ਲੂਨਾ। ਸੋ ਲੂਨਾ ਕਰਕੇ ਇਹਨਾਂ ਨੂੰ ਅਵਾਰਡ ਮਿਲਿਆ। ਉਸ ਤੋਂ ਬਾਅਦ ਇਹਨਾਂ ਦੀ ਕੁਝ ਇੰਪੋਰਟੈਂਟ ਰਚਨਾਵਾਂ ਨੇ ਜੋ ਕਾਫੀ ਤਾਂ ਆਪਾਂ ਨੇ ਸੁਣੀਆਂ ਹੋਣਗੀਆਂ। ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਬਿਰਹਾ ਦਾ ਸੁਲਤਾਨ, ਦੈਨ ਲੂਨਾ, ਮੈਂ ਤੇ ਮੈਂ ਆਰਤੀ, ਦੈਨ ਅਲਵਿਦਾ। ਉਸ ਤੋਂ ਬਾਅਦ ਆਉਂਦੇ ਨੇ ਸੁਰਜੀਤ ਪਾਤਰ ਜੀ। ਸੁਰਜੀਤ ਪਾਤਰ ਜੀ ਪਾਤੜਾ ਕਲਾਂ, ਜਲੰਧਰ ਡਿਸਟ੍ਰਿਕਟ, ਉਰੇ ਇਹਨਾਂ ਦਾ ਜਨਮ ਹੋਇਆ। ਤੇ ਇਹਨਾਂ ਨੂੰ ਜਿਹੜੇ ਸਾਹਿਤਯ ਅਕੈਡਮੀ ਅਵਾਰਡ ਹੈ ਇੱਕ ਬਹੁਤ ਹੀ ਜ਼ਿਆਦਾ ਖੂਬਸੂਰਤ ਰਚਨਾ ਦੇ ਲਈ ਮਿਲਿਆ ਜਿਹਦਾ ਨਾਮ ਹੈ ਹਨੇਰੇ ਵਿੱਚ ਸੁਲਗਦੀ ਵਰਣਮਾਲਾ 1993 ਵਿੱਚ। ਸੋ ਬਾਕੀ ਇਹਨਾਂ ਨੂੰ ਸਰਸਵਤੀ सम्मान ਵੀ ਮਿਲਿਆ 2009 ਦੇ ਵਿੱਚ ਲਫ਼ਜ਼ਾਂ ਦੀ ਦਰਗਾਹ ਦੇ ਲਈ। ਫਿਰ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਆ ਗਿਆ 2012 ਵਿੱਚ। ਤੇ ਇਹਨਾਂ ਦੀਆਂ ਕੁਝ ਇੰਪੋਰਟੈਂਟ ਰਚਨਾਵਾਂ ਨੇ ਹਵਾ ਵਿੱਚ ਲਿਖੇ ਹਰਫ, ਬਿਰਚ ਅਰਜ ਕਰੇ, then सरजमीन, then पतझड़ दी पजेब। सो ये ने इंपॉर्टेंट अपने ਜਿਹੜੀਆਂ ਪੂਰੀ ਪੰਜਾਬ ਆਰਟ ਐਂਡ ਕਲਚਰ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਪੰਜਾਬ ਲਿਟਰੇਚਰ ਦਾ। ਜਿੰਨੇ ਵੀ ਇੰਪੋਰਟੈਂਟ ਰਾਈਟਰਸ ਨੇ ਉਹਨਾਂ ਦੀ ਰਚਨਾਵਾਂ, ਉਹਨਾਂ ਨਾਲ ਇੰਪੋਰਟੈਂਟ ਅਵਾਰਡਸ, ਫੈਕਟਸ, ਆਪਾਂ ਨੇ ਸਾਰੀਆਂ ਚੀਜ਼ਾਂ ਡਿਸਕਸ ਕਰ ਲਈਆਂ ਨੇ। ਸੋ ਹੁਣ ਮੈਂ ਤੁਹਾਨੂੰ ਐਂਡ ਤੇ ਅਲੱਗ ਤੋਂ
ਟੈਬੂਲਰ ਫਾਰਮ ਦੇ ਵਿੱਚ ਕੁਝ ਲਿਟਰੇਰੀ ਅਵਾਰਡਸ ਕਰਵਾਉਣ ਜਾ ਰਹੀ ਹਾਂ ਸੋ ਦੈਟ ਤੁਹਾਨੂੰ ਈਜ਼ੀ ਹੋ ਜਾਵੇ ਅਲੱਗ ਤੋਂ ਇਹਨਾਂ ਨੂੰ ਯਾਦ ਰੱਖਣਾ। ਇਹਨਾਂ ਦੇ ਅੰਦਰ ਕਿਹੜੇ ਅਵਾਰਡਸ ਦਿੱਤੇ ਜਾਂਦੇ ਨੇ, ਕਿੰਨੀ ਕੈਸ਼ ਅਮਾਉਂਟ ਹੈ, ਕਿੰਨਾ ਚੈੱਕ ਹੈ। ਸੋ ਇਹ ਸਾਰਾ ਕੁਝ ਹੁਣ ਆਪਾਂ 1 ਬਾਏ 1 ਦੇਖਦੇ ਹਾਂ। ਸੋ ਪਹਿਲਾ ਹੈ ਜਨਨੀ ਪਿਥ ਅਵਾਰਡ। ਸੋ ਇਹਦੇ ਵਿੱਚ 1961 ਦੇ ਵਿੱਚ ਇਹਨੂੰ ਇੰਸਟੀਚਿਊਟ ਕੀਤਾ ਗਿਆ, ਸਟਾਰਟ ਕੀਤਾ ਗਿਆ, ਪਰ ਇਹਦੇ ਅੰਦਰ ਪਹਿਲਾ ਅਵਾਰਡ 1965 ਵਿੱਚ ਦਿੱਤਾ ਗਿਆ। ਤੇ ਜੇ ਆਪਾਂ ਪੰਜਾਬੀ ਲੈਂਗੁਏਜ ਦੀ ਗੱਲ ਕਰੀਏ ਤਾਂ 2018 ਦਾ ਜਿਹੜਾ ਪੰਜਾਬ ਪੀਸੀਐਸ ਦਾ ਐਗਜ਼ਾਮ ਸੀ ਉਹਦੇ ਵਿੱਚ ਇਹ ਕੁਐਸਚਨ ਆਇਆ ਸੀ ਕਿ ਕਿੰਨਾਂ ਨੂੰ ਪੰਜਾਬੀ ਲੈਂਗੁਏਜ ਦੇ ਅੰਦਰ ਇਹ ਅਵਾਰਡ ਮਿਲਿਆ। ਸੋ ਉਹ ਨੇ ਅੰਮ੍ਰਿਤਾ ਪ੍ਰੀਤਮ ਤੇ ਗੁਰਦਿਆਲ ਸਿੰਘ। ਦੈਨ ਇਹਦੇ ਅੰਦਰ ਕਿੰਨੀ ਕੈਸ਼ ਅਮਾਉਂਟ ਮਿਲਦੀ ਹੈ। ਸੋ ਇਹਦੇ ਅੰਦਰ ਚੈੱਕ ਦੇ ਥਰੂ 11 ਲੱਖ ਰੁਪਇਆ ਇਨਾਮ ਮਿਲਦਾ ਹੈ, ਨਾਲ ਇੱਕ ਸਾਈਟੇਸ਼ਨ ਪਲੇਕ ਹੁੰਦੀ ਹੈ ਤੇ ਗੋਡੈਸ ਸਰਸਵਤੀ ਦੀ ਇੱਕ ਬ੍ਰੌਂਜ਼ ਰੈਪਲੀਕਾ ਮਿਲਦੀ ਹੈ। ਦੈਨ ਸਾਹਿਤਯ ਅਕੈਡਮੀ ਅਵਾਰਡ 1955 ਸਟਾਰਟ ਕੀਤਾ, ਇੰਡੀਆ ਦਾ ਹਾਈਐਸਟ ਲਿਟਰੇਰੀ ਅਵਾਰਡ ਹੈ ਤੇ ਅਲੱਗ-ਅਲੱਗ ਲੈਂਗੁਏਜਸ ਦੇ ਵਿੱਚ ਇਹਦੇ ਅੰਦਰ ਅਵਾਰਡ ਦਿੱਤੇ ਜਾਂਦੇ ਨੇ। ਤੇ ਪੰਜਾਬੀ ਲੈਂਗੁਏਜ ਦੇ ਵਿੱਚ ਪਹਿਲਾ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ ਭਾਈ ਵੀਰ ਸਿੰਘ ਨੂੰ ਮੇਰੇ ਸਾਈਆਂ ਜੀਓ ਇਸ ਰਚਨਾ ਦੇ ਲਈ 1955 ਚ। ਸੋ ਉਸ ਤੋਂ ਬਾਅਦ ਜੇ ਆਪਾਂ ਹੁਣ ਲੇਟੈਸਟ ਫੈਕਟ ਦੀ ਗੱਲ ਕਰੀਏ ਜੋ ਆਪਣੇ ਲਈ ਐਗਜ਼ਾਮ ਦੇ ਲਈ ਕਰੰਟ ਅਫੇਅਰ ਦੇ ਅੰਦਰ ਵੀ ਆ ਸਕਦਾ ਹੈ, ਪੰਜਾਬ ਜੀਕੇ ਵਿੱਚ ਵੀ ਆ ਸਕਦਾ ਹੈ, ਉਹ ਹੈ 2020 ਦਾ ਰੀਸੈਂਟ ਸਭ ਤੋਂ ਲੇਟੈਸਟ ਮਿਲਿਆ ਸ਼ਾਰਟ ਸਟੋਰੀ ਲਈ ਆਮ ਖਾਸ ਜੀ ਦਾ ਨਾਮ ਹੈ ਗੁਰਦੇਵ ਸਿੰਘ ਰੁਪਾਨਾ ਨੂੰ। ਸੋ ਗੁਰਦੇਵ ਸਿੰਘ ਰੁਪਾਨਾ ਇਹਨਾਂ ਨੂੰ ਮਾਸਟਰ ਆਫ ਸ਼ਾਰਟ ਸਟੋਰੀ ਵੀ ਕਿਹਾ ਜਾਂਦਾ। ਤੁਸੀਂ ਇਸ ਫੈਕਟ ਨੂੰ ਵੀ ਨਾਲ ਹੀ ਨੋਟ ਕਰ ਲਓ। ਸੋ ਰੁਪਾਨਾ ਜੀ ਨੂੰ ਆਮ ਖਾਸ ਆਪਣੀ ਰਚਨਾ ਦੇ ਲਈ 2020 ਦਾ ਲੇਟੈਸਟ ਪੰਜਾਬੀ ਲਿਟਰੇਚਰ ਦੇ ਅੰਦਰ ਪੰਜਾਬੀ ਭਾਸ਼ਾ ਦੇ ਅੰਦਰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਤੇ ਇਹਦੇ ਅੰਦਰ 1 ਲੱਖ ਦਾ ਚੈੱਕ ਨਾਲ ਸਾਈਟੇਸ਼ਨ ਪਲੇਕ ਮਿਲੀ ਹੈ। ਨੈਕਸਟ ਹੈ ਸਰਸਵਤੀ सम्मान। ਸਰਸਵਤੀ सम्मान 1991 ਦੇ ਵਿੱਚ ਸਟਾਰਟ ਕੀਤਾ ਸੀ ਕੇ ਬਿਰਲਾ ਫਾਊਂਡੇਸ਼ਨ ਨੇ। ਇਹ ਫਾਊਂਡੇਸ਼ਨ ਦਾ ਨਾਮ ਇੰਪੋਰਟੈਂਟ ਹੈ ਤੇ ਇਹਦੇ ਅੰਦਰ 10 ਲੱਖ ਰੁਪਏ ਦਾ ਚੈੱਕ, ਇੱਕ ਸਾਈਟੇਸ਼ਨ, ਇੱਕ ਪਲੇਕ। ਤੇ ਜੇ ਆਪਾਂ ਪੰਜਾਬੀ ਲੈਂਗੁਏਜ ਦੀ ਗੱਲ ਕਰੀਏ ਤਾਂ ਇਹ ਮੇਨ 3 ਜਾਣਿਆਂ ਨੂੰ ਮਿਲਿਆ ਹੋਇਆ ਹੈ। ਹਰਭਜਨ ਸਿੰਘ ਨੂੰ 1994 ਚ, ਦਲੀਪ ਕੌਰ ਟਿਵਾਣਾ ਨੂੰ 2001, ਸੁਰਜੀਤ ਪਾਤਰ ਨੂੰ 2009। ਤੇ ਕਿਹੜੀ ਰਚਨਾ ਲਈ ਮਿਲਿਆ ਇਹ ਵੀ ਆਪਣੇ ਲਈ ਇੰਪੋਰਟੈਂਟ ਹੈ। ਦੈਨ ਢਾਹਾ ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਪ੍ਰਾਈਜ਼ ਇੱਕ ਫੋਰਨ ਦਾ ਪ੍ਰਾਈਜ਼ ਹੈ ਜਿਹੜਾ ਪੰਜਾਬੀ ਲਿਟਰੇਚਰ ਦਿੱਤਾ ਜਾਂਦਾ। 2013 ਚ ਸਟਾਰਟ ਕੀਤਾ ਸੀ ਤੇ 2014 ਦੇ ਵਿੱਚ ਅਵਤਾਰ ਸਿੰਘ ਬਿਲਿੰਗ ਨੂੰ ਮਿਲਿਆ ਸੀ ਖਾਲੀ ਖੂਹਾਂ ਦੀ ਕਥਾ ਰਚਨਾ ਲਈ ਤੇ ਇਹਦੇ ਅੰਦਰ ਕੈਨੇਡੀਅਨ ਡਾਲਰ ਦੇ ਵਿੱਚ ਜਿਹੜਾ ਅਵਾਰਡ ਦਿੱਤਾ ਜਾਂਦਾ ਹੈ। ਸੋ ਕੈਨੇਡੀਅਨ ਡਾਲਰ 25,000 ਦਿੱਤੇ ਜਾਂਦੇ ਨੇ ਐਜ਼ ਦ ਪ੍ਰਾਈਜ਼ ਮਨੀ। ਸੋ ਇਹ ਸੀ ਆਪਣਾ ਫੁੱਲ ਫਲੈਜਡ ਡੀਟੇਲ ਟੌਪਿਕ ਔਨ ਦੀ ਕਲਚਰ ਆਫ ਪੰਜਾਬ। ਇਹਨੂੰ ਆਪਾਂ ਨੇ 2 ਪਾਰਟਸ ਦੇ ਵਿੱਚ ਕੀਤਾ। ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਰਟ 1 ਦਾ ਲਿੰਕ ਵੀ ਪਾ ਦੂੰਗੀ ਸੋ ਦੈਟ ਜੇ ਕਿਸੇ ਸਟੂਡੈਂਟ ਨੇ ਮਿਸ ਕਰਤਾ ਤਾਂ ਪਹਿਲਾਂ ਤੁਸੀਂ ਉਹਨੂੰ ਦੇਖੋ। ਸੋ ਇਹ ਸੀ ਆਪਣਾ ਪੂਰਾ ਕਲਚਰ ਦਾ ਪੋਰਸ਼ਨ। ਇਹਦੇ ਤੋਂ ਬਾਹਰ ਆਈ ਡੋਂਟ ਥਿੰਕ ਕਿ ਕੁਝ ਵੀ ਆ ਸਕਦਾ ਹੈ। Also, I want to again make it clear that whatever content I am providing you, this is best as per my knowledge and experience. If you want to add on or study something more than this, then you are free to do that. Also, please do like, share, comment on my videos, support my channel. Thank you and good luck.